ਸਟੂਡੈਂਟਸ, ਅੱਜ ਅਸੀਂ ਆਪਣੇ ਸਿਲੇਬਸ ਦੀ ਨੈਕਸਟ ਪੋਇਮ ਦ ਲਿਟਲ ਬਲੈਕ ਬॉय ਦੀ ਰੀਡਿੰਗ ਕਰਾਂਗੇ। ਸਭ ਤੋਂ ਪਹਿਲਾਂ ਪੋਇਟ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਟੂਡੈਂਟਸ, ਦ ਲਿਟਲ ਬਲੈਕ ਬॉय ਵਿਲੀਅਮ ਬਲੇਕ ਦੀ ਲਿਖੀ ਹੋਈ ਪੋਇਮ ਹੈ। ਵਿਲੀਅਮ ਬਲੇਕ, ਇਹਨਾਂ ਦਾ ਜਨਮ 28 ਨਵੰਬਰ 1757 ਈਸਵੀ ਦੇ ਵਿੱਚ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਇਹ ਸਿਰਫ ਇੰਗਲਿਸ਼ ਪੋਇਟ ਹੀ ਨਹੀਂ ਸੀ, ਇਹ ਪੇਂਟਰ ਵੀ ਸੀ। ਇਹਨਾਂ ਨੇ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਨੇ, ਜਿਨ੍ਹਾਂ 'ਚੋਂ ਇੱਕ ਪੇਂਟਿੰਗ ਤੁਸੀਂ ਦੇਖ ਰਹੇ ਹੋ। ਤੇ ਇਹ ਪ੍ਰਿੰਟ ਮੇਕਰ ਵੀ ਸੀ। ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਇਹਨਾਂ ਦੀ ਇੱਕ ਐਗਜ਼ਾਮਪਲ ਪ੍ਰਿੰਟ ਮੇਕਿੰਗ ਦੀ ਦੇਖ ਰਹੇ ਹੋ। ਬੱਚਿਓ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀ ਪ੍ਰਿੰਟ ਮੇਕਿੰਗ ਹੈ, ਇਹ ਪੇਂਟਿੰਗ ਨਾਲੋਂ ਡਿਫਰੈਂਟ ਹੁੰਦੀ ਹੈ। ਪ੍ਰਿੰਟ ਮੇਕਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਿੰਟ ਜਿਹੜਾ ਨਾ ਕਿਸੇ ਹੋਰ ਸਰਫੇਸ 'ਤੇ ਲਿਆ ਜਾਂਦਾ ਹੈ। ਜਿਵੇਂ ਐਨਗਰੇਵਿੰਗ ਹੁੰਦੀ ਹੈ ਜਾਂ ਐਚਿੰਗ ਹੁੰਦੀ ਹੈ, ਇਹ ਪ੍ਰਿੰਟ ਮੇਕਿੰਗ 'ਚ ਆਉਂਦੇ ਹੈ। ਪੇਂਟਿੰਗ ਦੇ ਵਿੱਚ ਆਪਾਂ ਸਿੱਧੀ ਪੇਂਟ ਕਰਦੇ ਹਾਂ। ਆਪਣੇ ਪੂਰੇ ਟਾਈਮ ਦੇ ਵਿੱਚ ਇਹ ਜਦੋਂ ਇਹਨਾਂ ਨੇ ਕਵਿਤਾਵਾਂ ਲਿਖੀਆਂ ਜਾਂ ਜੋ ਵੀ ਇਹਨਾਂ ਨੇ ਇੰਗਲਿਸ਼ ਦੇ ਵਿੱਚ ਵਰਕਸ ਲਿਖੇ, ਉਹਦੇ ਵਿੱਚ ਇਹ ਅਨਰੈਕੋਗਨਾਈਜ਼ਡ ਰਹੇ। ਮਤਲਬ ਇਹਨਾਂ ਨੂੰ ਓਨੀ ਜ਼ਿਆਦਾ ਮਕਬੂਲੀਅਤ ਜਾਂ ਉਨੀ ਜ਼ਿਆਦਾ ਇਹਨਾਂ ਨੂੰ ਪ੍ਰਸਿੱਧੀ ਨਹੀਂ ਮਿਲੀ ਆਪਣੇ ਲਾਈਫ ਟਾਈਮ 'ਚ। ਲੇਕਿਨ ਅੱਜ ਬੱਚਿਓ, ਇਹਨਾਂ ਦਾ ਨਾਮ ਬਹੁਤ ਹੀ ਆਦਰ ਨਾਲ ਪੂਰੇ ਇੰਗਲਿਸ਼ ਲਿਟਰੇਚਰ ਦੇ ਵਿੱਚ ਲਿਆ ਜਾਂਦਾ ਹੈ। ਕੋਈ ਵੀ ਕਲਾਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਪੋਇਮ ਨਹੀਂ ਇਨਕਲੂਡ ਹੈ। ਕਿਸੇ ਵੀ ਸਿਲੇਬਸ 'ਚ ਹਰ ਜਗ੍ਹਾ ਇਹਨਾਂ ਦੀ ਪੋਇਮ ਸਾਨੂੰ ਮਿਲਦੀਆਂ ਨੇ। +2 ਦੇ ਵਿੱਚ ਬੱਚਿਓ, ਜਦ ਤੁਸੀਂ ਜਾਓਗੇ ਤਾਂ ਤੁਹਾਨੂੰ ਇਹਨਾਂ ਦੀ ਇੱਕ ਹੋਰ ਪੋਇਮ ਬੜੀ ਹੀ ਵਧੀਆ ਪੋਇਮ ਦਾ ਐਕੋਇੰਗ ਗ੍ਰੀਨ ਤੁਹਾਨੂੰ ਪੜ੍ਹਨ ਨੂੰ ਮਿਲੇਗੀ। ਬੱਚਿਓ, ਇਹ ਪ੍ਰੀ ਰੋਮਾਂਟਿਕ ਸੀਗੇ ਪੋਇਟ, ਪ੍ਰੀ ਰੋਮਾਂਟਿਕ ਪੋਇਟ ਵੀ ਕਿਹਾ ਗਿਆ ਹੈ। ਸਟੂਡੈਂਟਸ, ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਪੋਇਮ ਦੀ ਹਿਸਟਰੀ, ਬੈਕਗਰਾਉਂਡ ਅਤੇ ਸਟਰਕਚਰ ਬਾਰੇ ਜਾਣ ਲੈਂਦੇ ਹਾਂ। ਬੱਚਿਓ, ਜਿਹੜੀ ਪੋਇਮ ਹੈ ਇਹ 1799 ਈਸਵੀ ਦੇ ਵਿੱਚ ਵਿਲੀਅਮ ਬਲੇਕ ਨੇ ਇੱਕ ਬੁੱਕ ਲਿਖੀ ਸੀ, ਸੌਂਗਸ ਆਫ ਇਨੋਸੈਂਸ ਐਂਡ ਐਕਸਪੀਰੀਅੰਸ। ਐਕਚੁਅਲੀ ਇਸ ਬੁੱਕ ਦੇ ਬੱਚਿਓ ਦੋ ਪਾਰਟ ਸੀਗੇ। ਇੱਕ ਪਾਰਟ ਦੇ ਵਿੱਚ ਸੀਗੇ ਸੌਂਗਸ ਆਫ ਇਨੋਸੈਂਸ ਤੇ ਦੂਸਰੇ ਪਾਰਟ ਦੇ ਵਿੱਚ ਸੀਗੇ, ਦੋ ਹਾਫ ਸੀਗੇ, ਦੂਸਰੇ ਹਾਫ ਦੇ ਵਿੱਚ ਸੌਂਗਸ ਆਫ ਐਕਸਪੀਰੀਅੰਸ। ਇਹ ਜਿਹੜੀ ਪੋਇਮ ਹੈ, ਇਹ ਸੌਂਗਸ ਆਫ ਇਨੋਸੈਂਸ ਵਾਲੇ ਪਾਰਟ ਚੋਂ ਲਈ ਗਈ ਹੈ, ਉਸਦੇ ਪਹਿਲੇ ਹਾਫ ਚੋਂ ਲਈ ਗਈ ਹੈ, ਦ ਲਿਟਲ ਬਲੈਕ ਬॉय। ਇਸੇ ਬੁੱਕ ਦਾ ਜਿਹੜਾ ਦੂਸਰਾ ਹਾਫ ਹੈ ਬੱਚਿਓ, ਉਸ ਦੇ ਵਿੱਚ ਕਾਫੀ ਸਾਰੀਆਂ ਪੋਇਮਸ ਹੈ ਜਿਸ ਨੂੰ ਉਹਨਾਂ ਨੇ ਸੌਂਗਸ ਆਫ ਐਕਸਪੀਰੀਅੰਸ ਕਿਹਾ ਗਿਆ। ਸੌਂਗਸ ਆਫ ਇਨੋਸੈਂਸ ਦੇ ਵਿੱਚ ਜਿਹੜੀਆਂ ਪੋਇਮਸ ਹੈ, ਜਿਸ ਦੇ ਵਿੱਚ ਸਾਡੀ ਦਾ ਲਿਟਲ ਬਲੈਕ ਬॉय ਵੀ ਸ਼ਾਮਲ ਹੈ, ਇਸ ਦੇ ਵਿੱਚ ਜਿਹੜੇ ਜ਼ਿਆਦਾਤਰ ਪੋਇਮਸ ਨੇ ਉਹ ਬੇਸਡ ਔਨ ਨੇ ਚਾਈਲਡਹੁੱਡ 'ਤੇ, ਬਚਪਨ 'ਤੇ, ਅਤੇ ਪਿਓਰਿਟੀ 'ਤੇ। ਪਿਓਰਿਟੀ ਦਾ ਮਤਲਬ ਜਦੋਂ ਕੋਈ ਅਜਿਹਾ ਇਨਸਾਨ ਜਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚਾਲਬਾਜ਼ੀ ਨਹੀਂ ਹੁੰਦੀ, ਬੜੀ ਹੀ ਉਹ ਮਾਸੂਮ ਹੁੰਦਾ ਹੈ, ਤਾਂ ਇੱਦਾਂ ਇਸ ਤਰ੍ਹਾਂ ਦੇ ਥੀਮਸ ਨਾਲ ਇਹ ਸਾਰੇ ਜਿਹੜੇ ਪੋਇਮਸ ਨੇ ਉਹ ਸੌਂਗਸ ਆਫ ਇਨੋਸੈਂਸ ਤੁਹਾਨੂੰ ਮਿਲਦੇ ਨੇ। ਸੌਂਗਸ ਆਫ ਐਕਸਪੀਰੀਅੰਸ ਦੇ ਵਿੱਚ ਐਡਲਟਹੁੱਡ ਦੇ ਉੱਪਰ ਜਿਹੜੀਆਂ ਪੋਇਮਸ ਨੇ, ਅਤੇ ਨਾਲ ਹੀ ਜਿਹੜੀ ਕਰਪਸ਼ਨ ਹੈ ਉਸ ਦੇ ਉੱਪਰ ਪੋਇਮਸ ਨੇ। ਹੁਣ ਇੱਥੇ ਤੁਹਾਨੂੰ ਪਤਾ, ਬੱਚਾ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਦੁਨੀਆ ਦੀ ਸਮਝ ਆਈ ਜਾਂਦੀ ਹੈ, ਤਾਂ ਫਿਰ ਉਹ ਇਨੋਸੈਂਟ ਨਹੀਂ ਰਹਿੰਦਾ। ਤਾਂ ਉਸ ਤਰ੍ਹਾਂ ਦੇ ਥੀਮਸ ਨਾਲ ਰਿਲੇਟਿਡ ਜਿਹੜੀਆਂ ਪੋਇਮਸ ਨੇ ਉਹ ਤੁਹਾਨੂੰ ਸੌਂਗਸ ਆਫ ਐਕਸਪੀਰੀਅੰਸ ਮਿਲਣਗੀਆਂ। ਸਟੂਡੈਂਟਸ, ਦ ਲਿਟਲ ਬਲੈਕ ਬॉय ਵਿਲੀਅਮ ਬਲੇਕ ਦੁਆਰਾ ਲਿਖੀ ਹੋਈ ਵਨ ਆਫ ਦਾ ਮੋਸਟ ਅਨਕੰਫਰਟੇਬਲ ਪੋਇਮ ਹੈ, ਕਿਉਂਕਿ ਇਸ ਦੇ ਵਿੱਚ ਬਹੁਤ ਹੀ ਸੈਂਸਿਟਿਵ ਇਸ਼ੂ ਨੂੰ ਡਿਸਕਸ ਕੀਤਾ ਗਿਆ ਹੈ। ਉਹ ਕਿਹੜਾ ਇਸ਼ੂ ਹੈ ਜੀ? ਇਸ਼ੂ ਆਫ ਸਲੇਵਰੀ, discrimination ਐਂਡ ਰੇਸਿਜ਼ਮ। ਤਾਂ ਬੱਚਿਓ, ਇਹ ਜਿਹੜਾ ਇਸ਼ੂ ਹੈ, ਮੁੱਦਾ ਹੈ, ਇਸ ਪੋਇਮ ਦੇ ਵਿੱਚ ਦੱਸਿਆ ਗਿਆ ਹੈ ਵਿਲੀਅਮ ਬਲੇਕ ਦੁਆਰਾ। ਸਲੇਵਰੀ ਤੋਂ ਤੁਹਾਨੂੰ ਬੱਚਿਓ ਪਤਾ ਹੀ ਹੈ ਕਿ ਦਾਸ ਪ੍ਰਥਾ ਨੂੰ ਕਿਹਾ ਜਾਂਦਾ ਹੈ। ਜਦੋਂ ਗੁਲਾਮ ਬਣਾਏ ਜਾਂਦੇ ਸੀ, ਪੁਰਾਣੇ ਜ਼ਮਾਨੇ ਦੇ ਵਿੱਚ ਇਹ ਚੱਲਦਾ ਸੀ ਪ੍ਰਚਲਨ, ਅਤੇ ਇੰਗਲੈਂਡ ਦੇ ਵਿੱਚ ਵੀ ਚੱਲਦਾ ਸੀ। ਹੁਣ ਤੁਹਾਨੂੰ ਪਤਾ ਬੱਚਿਓ ਕਿ ਜਿਹੜੀ ਪੋਇਮ ਸੀ 1799 ਈਸਵੀ ਦੇ ਵਿੱਚ ਲਿਖੀ ਗਈ ਸੀ, ਅਤੇ ਤੁਹਾਨੂੰ ਬੱਚਿਓ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇੰਗਲੈਂਡ ਵਰਗੇ ਦੇਸ਼ ਦੇ ਵਿੱਚ ਵੀ ਇਹ ਗੁਲਾਮੀ ਦੀ ਪ੍ਰਥਾ ਰਹੀ ਹੈ। 1835 ਈਸਵੀ ਤੱਕ ਜੋ ਗੁਲਾਮੀ ਦੀ ਪ੍ਰਥਾ ਹੈ, ਇਹ ਇੰਗਲੈਂਡ ਦੇ ਵਿੱਚ ਚੱਲਦੀ ਰਹੀ ਹੈ। 1835 ਈਸਵੀ ਤੱਕ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਇਹ ਉਸ ਟਾਈਮ ਦੇ ਦੌਰਾਨ ਇਹ ਪੋਇਮ ਲਿਖੀ ਗਈ ਹੈ। ਵਿਲੀਅਮ ਬਲੇਕ ਖੁਦ ਵਾਈਟ ਸੀਗੇ, ਉਹ ਅੰਗਰੇਜ਼ ਸੀ, ਉਹ ਬਲੈਕ ਨਹੀਂ ਸੀ, ਪਰ ਉਹਨਾਂ ਦੇ ਮਨ ਦੇ ਵਿੱਚ ਬਲੈਕ ਲੋਕ, ਨੀਗਰੋ ਲੋਕਾਂ ਪ੍ਰਤੀ ਬਹੁਤ ਹੀ ਜ਼ਿਆਦਾ ਸੰਵੇਦਨਾ ਸੀ।
ਅਤੇ ਉਹਨਾਂ ਦੀ ਇਹ ਸੰਵੇਦਨਾ ਬਲੈਕ ਲੋਕਾਂ ਪ੍ਰਤੀ ਸੰਵੇਦਨਾ ਇਸ ਪੋਇਮ ਦੇ ਵਿੱਚ ਜ਼ਾਹਿਰ ਹੁੰਦੀ ਹੈ, ਜਿਸ ਵਿੱਚ ਉਹਨਾਂ ਨੇ ਇਸ ਦਾਸ ਪ੍ਰਥਾ ਨੂੰ ਗਲਤ ਠਹਿਰਾਇਆ ਹੈ, ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ। ਡਿਸਕ੍ਰਿਮੀਨੇਸ਼ਨ ਦਾ ਮਤਲਬ ਕੋਈ ਵਿਤਕਰਾ ਹੁੰਦਾ ਹੈ ਗੋਰੇ ਲੋਕਾਂ ਦਾ ਬਲੈਕ ਲੋਕਾਂ ਦੇ ਨਾਲ, ਰੇਸਿਜ਼ਮ, ਕਿਸੇ ਇੱਕ ਰੇਸ ਨੂੰ ਜ਼ਿਆਦਾ ਤਰਜੀਹ ਦੇਣੀ ਦੂਜੀ ਰੇਸ ਨੂੰ, ਕਿਹਾ ਜਾਣਾ ਕਿ ਸੈਕਿੰਡ ਕਲਾਸ ਸਿਟੀਜ਼ਨ ਨੇ। ਤਾਂ ਉਹਨਾਂ ਦੀਆਂ ਸਾਰੀਆਂ ਗੱਲਾਂ ਇਸ ਪੋਇਮ ਦੇ ਵਿੱਚ ਕਲੀਅਰ ਹੁੰਦੀਆਂ ਨੇ ਕਿ ਸਟੂਡੈਂਟਸ, ਤੁਹਾਨੂੰ ਪਤਾ ਹੈ ਕਿ ਇਹ ਰੇਸਿਜ਼ਮ ਦਾ ਮੁੱਦਾ ਅੱਜ ਵੀ ਚੱਲ ਰਿਹਾ ਹੈ। ਅੱਜ ਵੀ ਕਈ ਦੇਸ਼ਾਂ ਦੇ ਵਿੱਚ ਗੋਰੇ ਲੋਕਾਂ ਤੇ ਕਾਲੇ ਲੋਕਾਂ ਦੇ ਪ੍ਰਤੀ ਆਪਸੀ ਭੇਦਭਾਵ ਦੇ ਮੁੱਦਿਆਂ ਦੇ ਉੱਪਰ ਦੰਗੇ ਭੜਕਦੇ ਨੇ, ਸਾਨੂੰ ਇਹ ਖਬਰਾਂ ਮਿਲਦੀਆਂ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਪੋਇਮ 1799 ਈਸਵੀ ਦੇ ਵਿੱਚ ਲਿਖੀ ਗਈ, ਆਪਣੇ ਟਾਈਮ ਦੇ ਨਾਲੋਂ ਬਹੁਤ ਪਹਿਲਾਂ ਲਿਖੀ ਗਈ ਪੋਇਮ ਸੀ। ਸਟੂਡੈਂਟਸ, ਇਹਨਾਂ ਸਾਰੇ ਥੀਮ ਦੇ ਨਾਲ ਇੱਕ ਹੋਰ ਥੀਮ ਇਸ ਪੋਇਮ ਦੇ ਵਿੱਚ ਤੁਹਾਨੂੰ ਬੜਾ ਵਾਈਡ ਸਪਰੈਡ ਮਿਲੇਗਾ ਦੇਖਣ ਨੂੰ। ਉਹ ਹੈ ਥੀਮ ਆਫ ਦੀ ਫਿਲੋਸਫੀ ਆਫ ਕ੍ਰਾਈਸਟ। ਤੁਹਾਨੂੰ ਪਤਾ ਹੈ ਜੀਸਸ ਕ੍ਰਾਈਸਟ ਦੀ ਆਪਣੀ ਫਿਲੋਸਫੀ ਰਹੀ ਹੈ, ਜੋ ਈਸਾਈ ਧਰਮ ਦੇ ਵਿੱਚ ਬਹੁਤ ਜ਼ਿਆਦਾ ਮਕਬੂਲ ਹੈ। ਖੁਦ ਵਿਲੀਅਮ ਬਲੇਕ ਇਸ ਫਿਲੋਸਫੀ ਦੇ ਨਾਲ ਬਹੁਤ ਜ਼ਿਆਦਾ ਅਟੈਚ ਸੀਗੇ। ਤਾਂ ਇਹ ਜਿਹੜੀ ਫਿਲੋਸਫੀ ਹੈ ਕ੍ਰਾਈਸਟ ਦੀ, ਤੁਹਾਨੂੰ ਇਸ ਪੋਇਮ ਦੇ ਵਿੱਚ ਜਗ੍ਹਾ ਜਗ੍ਹਾ ਦੇਖਣ ਨੂੰ ਮਿਲੇਗੀ। ਕਈ ਸਾਰੇ ਸਿੰਬਲਸ ਨੇ, ਮੈਂ ਉਹਨਾਂ ਸਿੰਬਲਸ ਨੂੰ ਤੁਹਾਨੂੰ ਡਿਸਕਸ ਲਾਈਨ ਟੂ ਲਾਈਨ ਕਰਕੇ ਇਸ ਪੋਇਮ ਦੀ ਐਕਸਪਲੇਨੇਸ਼ਨ ਕਰਾਂਗਾ। ਥੋੜੀ ਜਿਹੀ ਪੋਇਮ ਦੀ ਸਟਰਕਚਰ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ ਬੱਚਿਓ। ਇਸ ਪੋਇਮ ਦੇ ਟੋਟਲ 7 ਸਟੈਂਜ਼ਾਸ ਨੇ, 7 ਸਟੈਂਜ਼ਾ ਨੇ ਜੀ, ਜਿਸ ਦੀ ਹਰ ਇੱਕ ਸਟੈਂਜ਼ੇ ਦੀਆਂ 4 ਲਾਈਨਸ ਨੇ। ਇਹਦਾ ਮਤਲਬ ਇਹ ਹੋਇਆ ਕਿ ਟੋਟਲ ਲਾਈਨ ਸਾਡੇ ਕੋਲੇ ਹੋ ਗਈਆਂ ਜੀ 28 ਲਾਈਨਸ। ਤਾਂ ਇਸ ਪੂਰੀ ਪੋਇਮ ਦੀ 28 ਲਾਈਨਸ ਨੇ, ਤੇ ਹਰ ਇੱਕ ਸਟੈਂਜ਼ਾ ਜਿਹੜਾ ਹੈ ਉਹ ਬੱਚਿਓ ਰਾਈਮਿੰਗ ਦੇ ਵਿੱਚ ਹੈ, ਤੇ ਉਸ ਦੀ ਸਟ੍ਰਿਕਟ ਰਾਈਮਿੰਗ ਸਕੀਮ ਹੈ। ਹਰ ਇੱਕ ਸਟੈਂਜ਼ੇ ਦੇ ਵਿੱਚ ਕਿਉਂਕਿ 4 ਲਾਈਨਸ ਨੇ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਕੁਆਟਰੀਨ ਹੈ। 4 ਲਾਈਨਾਂ ਦੇ ਸਟੈਂਜ਼ੇ ਨੂੰ ਅਸੀਂ ਕੁਆਟਰੀਨ ਕਹਿੰਦੇ ਹਾਂ ਬੱਚਿਓ। ਜੇ ਤੁਸੀਂ ਇਸ ਦੀ ਰਾਈਮਿੰਗ ਸਕੀਮ ਦੇਖੋ ਬੱਚਿਓ, ਤਾਂ ਲਾਸਟ ਲਾਈਨ ਪਹਿਲੀ ਲਾਈਨ ਦਾ ਲਾਸਟ ਵਰਡ ਹੈ ਵਾਈਲਡ, ਫਿਰ ਹੈ ਸੈਕਿੰਡ ਦਾ ਵਾਈਟ, ਫਿਰ ਹੈ ਚਾਈਲਡ, ਫਿਰ ਹੈ ਲਾਈਟ। ਤਾਂ ਜਿਹੜਾ ਵਾਈਲਡ ਵਰਡ ਹੈ ਇਸ ਦੀ ਰਾਈਮਿੰਗ ਚਾਈਲਡ ਨਾਲ ਮਿਲਦੀ ਹੈ, ਕਲੀਅਰ ਹੈ ਜੀ। ਤੇ ਇਸੇ ਤਰ੍ਹਾਂ ਜਿਹੜਾ ਵਾਈਟ ਵਰਡ ਹੈ ਇਸ ਦੀ ਰਾਈਮਿੰਗ ਲਾਈਟ ਨਾਲ ਮਿਲਦੀ ਹੈ। ਇਹਦਾ ਮਤਲਬ ਜੇ ਅਸੀਂ ਇਸ ਦੀ ਆਪਾਂ ਇੱਕ ਪਰਟੀਕੂਲਰ ਸਾਊਂਡ ਦੇ ਦਈਏ ਵਾਈਲਡ ਨੂੰ, ਏ ਦੇ ਦਈਏ, ਤਾਂ ਏ ਵਾਲੀ ਸਾਊਂਡ ਰਿਪੀਟ ਹੁੰਦੀ ਹੈ ਚਾਈਲਡ ਤੇ, ਵਾਈਲਡ ਚਾਈਲਡ। ਇਸੇ ਤਰ੍ਹਾਂ ਵਾਈਟ ਦੀ ਜਿਹੜੀ ਸਾਊਂਡ ਜੇ ਅਸੀਂ ਉਹਨੂੰ ਬੀ ਦੇ ਦਈਏ, ਤਾਂ ਇਹੀ ਜਿਹੜੀ ਸਾਊਂਡ ਹੈ ਰਿਪੀਟ ਹੁੰਦੀ ਹੈ ਲਾਈਟ ਤੇ। ਤਾਂ ਇਸ ਤਰ੍ਹਾਂ ਇਹਦੀ ਜਿਹੜੀ ਰਾਈਮਿੰਗ ਸਕੀਮ ਬਣ ਗਈ ਬੱਚਿਓ, ਉਹ ਏ ਬੀ ਬਣ ਗਈ। ਤਾਂ ਇਹ ਇਸ ਦੀ ਬੱਚਿਓ ਰਾਈਮਿੰਗ ਸਕੀਮ ਹੈ। ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂਗਾ ਬੱਚਿਓ, ਜੇਕਰ ਕਿਸੇ ਵੀ ਕੁਆਟਰੇਨ ਦਾ ਮਤਲਬ 4 ਲਾਈਨਾਂ ਵਾਲੇ ਸਟੈਂਜ਼ੇ ਦੀ ਰਾਈਮਿੰਗ ਸਕੀਮ ਏ ਬੀ ਹੋਵੇ, ਤਾਂ ਅਸੀਂ ਉਸ ਨੂੰ ਇੰਗਲਿਸ਼ ਲਿਟਰੇਚਰ ਦੇ ਵਿੱਚ ਕਹਿੰਦੇ ਹਾਂ ਹੀਰੋਇਕ ਕੁਆਟਰੇਨ। ਤਾਂ ਇਸ ਨੂੰ ਅਸੀਂ ਹੀਰੋਇਕ ਕੁਆਟਰੇਨ ਕਹਾਂਗੇ ਕਿ ਜਿਹੜੀ ਪੋਇਮ ਹੈ ਇਹ ਹੀਰੋਇਕ ਕੁਆਟਰੇਨ ਦੇ ਵਿੱਚ ਲਿਖੀ ਗਈ ਹੈ, ਜਿਸ ਦੇ ਕਿ 7 ਕੁਆਟਰੇਨਸ ਨੇ, 7 ਸਟੈਂਜ਼ੇ ਨੇ, ਸਾਰੇ ਹੀਰੋਇਕ ਕੁਆਟਰੇਨ ਦੇ ਵਿੱਚ ਲਿਖੇ ਗਏ ਨੇ। ਪੋਇਮ ਦੇ ਪਹਿਲੇ ਸਟੈਂਜ਼ੇ 'ਚ My mother bore me in the southern wild, and I am black, but oh, my soul is white. White as an angel is the English child, but I am black as if bereaved of life. ਪਹਿਲੀ ਲਾਈਨ ਦੇ ਵਿੱਚ ਪਤਾ ਲੱਗਦਾ ਹੈ ਕਿ ਇੱਕ ਬੱਚਾ ਆਪਣੀ ਮਾਂ ਦੇ ਬਾਰੇ ਗੱਲ ਕਰ ਰਿਹਾ ਹੈ, ਕਿਉਂਕਿ ਉਹ ਲਾਈਨ ਦੇ ਸ਼ੁਰੂ 'ਚੋਂ ਕਹਿੰਦਾ ਮਾਈ ਮਦਰ। ਦੈਟ ਮੀਨਸ ਕੋਈ ਬੇਬੀ ਹੈ ਜੋ ਆਪਣੀ ਮਦਰ ਦੀ ਕੋਈ ਗੱਲ ਸੁਣਾ ਰਿਹਾ ਹੈ। ਤਾਂ ਜੇਕਰ ਅਸੀਂ ਬੱਚਿਓ ਪੂਰੀ ਪੋਇਮ ਦੇਖੀਏ ਤਾਂ ਇਹ ਇੱਕ ਬੱਚੇ ਵੱਲੋਂ ਹੀ ਕਹੀ ਗਈ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਪੋਇਮ ਦਾ ਸਪੀਕਰ ਇੱਕ ਲਿਟਲ ਚਾਈਲਡ ਹੈ, ਲਿਟਲ ਬਲੈਕ ਬॉय ਹੈ। ਇੱਕ ਤਰ੍ਹਾਂ ਦਾ ਇਹ ਡਰਾਮੈਟਿਕ ਮੋਨੋਲੋਗ ਵੀ ਅਸੀਂ ਕਹਿ ਸਕਦੇ ਹਾਂ ਕਿ ਇਹ ਪੋਇਮ ਉਸ ਸ਼ੇਪ 'ਚ ਹੈ। ਉਹ ਬੱਚਾ ਕਹਿੰਦਾ ਮੇਰੇ ਮਾਤਾ ਨੇ ਮੈਨੂੰ ਜਨਮ ਦਿੱਤਾ। ਬੋਰ ਦਾ ਮਤਲਬ ਬੱਚੇ ਤੁਹਾਨੂੰ ਪਤਾ ਹੈ ਬੀਅਰ, ਬੋਰਨ ਵਰਬ ਦੀਆਂ ਫਾਰਮ ਹੈ ਸੈਕਿੰਡ। ਤੇ ਉਸਨੇ ਮੈਨੂੰ ਜਨਮ ਦਿੱਤਾ ਇਨ ਦਾ ਸਾਊਦਰਨ ਵਾਈਲਡ। ਸਾਊਦਰਨ ਵਾਈਲਡ ਦਾ ਮਤਲਬ ਦੱਖਣੀ ਹਿੱਸੇ ਦੇ ਜੰਗਲੀ ਇਲਾਕੇ 'ਚ, ਉਸ ਨੂੰ ਅਸੀਂ ਸਾਊਦਰਨ ਵਾਈਲਡ ਕਹਿੰਦੇ ਹਾਂ ਬੱਚੋ। ਇਸ ਨੂੰ ਥੋੜ੍ਹਾ ਜਿਹਾ ਸਾਨੂੰ ਸਮਝਣਾ ਪਏਗਾ, ਕਿਉਂਕਿ ਸਾਨੂੰ ਪਤਾ ਹੈ ਕਿ ਬੱਚਿਓ ਜਿਹੜੀ ਇਹ ਪੋਇਮ ਹੈ ਇਹ ਲਿਖੀ ਗਈ ਹੈ ਇੰਗਲੈਂਡ ਦੇ ਵਿੱਚ। ਤੇ ਜਿਵੇਂ ਤੁਸੀਂ ਆਪਣੀ ਦੇਖ ਰਹੇ ਹੋ ਪਿਕ, ਤਾਂ ਇਸ ਦੇ ਵਿੱਚ ਤੁਹਾਨੂੰ ਮੈਪ ਦੇ ਵਿੱਚ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ, ਬਿਕੋਜ਼ ਆਹ ਇਲਾਕਾ ਦੇਖੋ ਇੰਗਲੈਂਡ ਦਾ ਹੈ, ਇਸ ਨੂੰ ਅਸੀਂ ਇੰਗਲੈਂਡ ਦਾ ਇਲਾਕਾ ਕਹਿੰਦੇ ਹਾਂ। ਇਹ ਪੋਇਮ ਇੱਥੇ ਲਿਖੀ ਗਈ ਹੈ। ਵਿਲੀਅਮ ਬਲੇਕ ਇੱਥੋਂ ਦੇ ਸੀਗੇ। ਤਾਂ ਸਾਡਾ ਇਹ ਵਾਲਾ ਪਾਸਾ ਈਸਟ ਹੋ ਗਿਆ,
ਇੱਧਰ ਸਾਡਾ ਵੈਸਟ ਹੋ ਗਿਆ, ਇੱਧਰ ਸਾਡਾ ਨਾਰਥ ਹੋ ਗਿਆ, ਇਹ ਸਾਊਥ ਹੋ ਗਿਆ। ਤਾਂ ਇਹ ਜਿਹੜਾ ਪਾਸਾ ਸਾਊਥ ਹੈ, ਇਹ ਜਿੰਨਾ ਵੀ ਤੁਹਾਨੂੰ ਇਲਾਕਾ ਨਜ਼ਰ ਆ ਰਿਹਾ ਬੱਚਿਓ, ਇਹ ਅਫਰੀਕਾ ਮਹਾਦੀਪ ਦਾ ਹੈ। ਤਾਂ ਇਹ ਅਫਰੀਕਾ ਮਹਾਦੀਪ ਨੂੰ ਇਹ ਰੈਫਰ ਕਰ ਰਿਹਾ ਹੈ ਇਨ ਦਾ ਸਾਊਦਰਨ ਵਾਈਲਡ, ਕਿਉਂਕਿ ਇੰਗਲੈਂਡ ਦੇ ਬਿਲਕੁਲ ਸਾਊਥ ਦੇ ਵਿੱਚ ਵਾਈਲਡ ਦੇ ਵਿੱਚ, ਵਾਈਲਡ ਮਤਲਬ ਜੰਗਲੀ ਇਲਾਕਾ, ਜੰਗਲ ਦਾ ਮਤਲਬ ਇਹ ਹੋ ਗਿਆ ਕਿ ਇਹ ਇੱਕ ਨੀਗਰੋ ਬੱਚਾ ਹੈ, ਕਿਉਂਕਿ ਜੰਗਲਾਂ ਦੇ ਵਿੱਚ ਜ਼ਿਆਦਾਤਰ ਨੀਗਰੋ ਲੋਕ, ਬਲੈਕ ਲੋਕ ਹੀ ਰਹਿੰਦੇ ਨੇ। ਤਾਂ ਇਹ ਅਫਰੀਕਾ ਦੇ ਇਲਾਕੇ ਨੂੰ ਦੱਸ ਰਿਹਾ ਹੈ ਕਿ ਮੇਰੀ ਮਾਤਾ ਨੇ ਮੈਨੂੰ ਅਫਰੀਕਾ ਦੇ ਵਿੱਚ ਜੰਗਲ ਦੇ ਵਿੱਚ ਮੈਨੂੰ ਜਨਮ ਦਿੱਤਾ ਹੈ। ਐਂਡ ਆਈ ਐਮ ਬਲੈਕ ਬਟ ਓ ਮਾਈ ਸੋਲ ਇਜ਼ ਵਾਈਟ। ਹੁਣ ਦੂਸਰੀ ਲਾਈਨ ਦੇ ਵਿੱਚ ਬੱਚਾ ਕਹਿ ਰਿਹਾ ਹੈ, ਕਹਿੰਦਾ ਮੈਂ ਕਾਲੇ ਰੰਗ ਦਾ ਹਾਂ, ਮੈਂ ਨੀਗਰੋ ਜਾਤੀ ਨਾਲ ਸੰਬੰਧ ਰੱਖਦਾ, ਚਾਹੇ ਮੈਂ ਰੰਗ ਦਾ ਕਾਲਾ ਜ਼ਰੂਰ ਹਾਂ, ਬਟ ਮਾਈ ਸੋਲ ਇਜ਼ ਵਾਈਟ, ਪਰ ਮੇਰੀ ਜਿਹੜੀ ਆਤਮਾ ਹੈ ਉਹ ਵਾਈਟ ਹੈ। ਇੱਥੇ ਬੱਚਿਓ ਦੇਖੋ, ਬਲੈਕ ਤੇ ਵਾਈਟ ਦੇ ਕਲਰ ਦੀ ਇੱਕ ਤਰ੍ਹਾਂ ਨਾਲ ਐਂਟੀਥੀਸਿਸ ਹੈ ਕਿ ਉਹ ਆਪਣੀ ਬੋਡੀ ਦਾ ਕਲਰ ਕਹਿੰਦਾ ਹੈ ਕਿ ਮੈਂ ਬਲੈਕ ਕਲਰ ਦਾ ਜ਼ਰੂਰ ਹਾਂ, ਪਰ ਮੈਂ ਅੰਦਰੋਂ ਮੇਰੇ ਜੋ ਕੰਮ ਨੇ ਉਹ ਸਾਰੇ ਵਧੀਆ ਕੰਮ ਨੇ, ਮੇਰੀ ਸੋਲ ਵਾਈਟ ਹੈ, ਉਸ 'ਚ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ। ਫਿਰ ਉਹ ਅਗਲੀ ਲਾਈਨ 'ਚ ਕਹਿੰਦਾ ਹੈ, ਵਾਈਟ ਐਜ਼ ਐਨ ਏਂਜਲ ਇਜ਼ ਦਾ ਇੰਗਲਿਸ਼ ਚਾਈਲਡ। ਇਸ ਲਾਈਨ ਦੇ ਵਿੱਚ ਉਹ ਇੱਕ ਅੰਗਰੇਜ਼ ਬੱਚੇ ਦੀ ਇੱਕ ਗੋਰੇ ਬੱਚੇ ਦੀ ਤੁਲਨਾ ਕਰਦਾ ਹੈ ਉਹ ਏਂਜਲ ਦੇ ਨਾਲ। ਏਂਜਲ ਤੁਹਾਨੂੰ ਪਤਾ ਬੱਚਿਓ ਫਰਿਸ਼ਤੇ ਨੂੰ ਕਿਹਾ ਜਾਂਦਾ ਹੈ। ਕਹਿੰਦਾ ਵੀ ਜਿਹੜਾ ਇੱਕ ਇੰਗਲਿਸ਼ ਚਾਈਲਡ ਹੈ, ਅੰਗਰੇਜ਼ ਬੱਚਾ ਹੈ, ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਫਰਿਸ਼ਤਾ ਹੋਵੇ। ਤੁਹਾਨੂੰ ਪਤਾ ਬੱਚਿਓ ਜਿਹੜਾ ਏਂਜਲ ਹੈ ਉਹ ਕਿਹਾ ਜਾਂਦਾ ਹੈ, ਬਾਈਬਲ ਦੇ ਵਿੱਚ ਇਹ ਜ਼ਿਕਰ ਹੈ ਕਿ ਜਿਹੜੇ ਏਂਜਲ ਹੁੰਦੇ ਆ ਉਹਨਾਂ ਨੇ ਵਾਈਟ ਕੱਪੜੇ ਪਾਏ ਹੁੰਦੇ, ਬਿਲਕੁਲ ਵਾਈਟ ਹੁੰਦੇ ਹੈ। ਇੱਥੇ ਇੱਕ ਤਰ੍ਹਾਂ ਤੁਹਾਨੂੰ ਦੱਸਿਆ ਸੀ ਬੱਚਿਓ ਸ਼ੁਰੂ 'ਚ ਕਿ ਇੱਥੇ ਜੀਸਸ ਕ੍ਰਾਈਸਟ ਨਾਲ ਰਿਲੇਟਿਡ ਤੁਹਾਨੂੰ ਬਹੁਤ ਜ਼ਿਆਦਾ ਸਿੰਬਲਸ ਮਿਲਣਗੇ। ਤਾਂ ਇੱਥੇ ਸਿੰਬਲ ਜਿਹੜਾ ਏਂਜਲ ਹੈ ਇਹ ਬਾਈਬਲ 'ਚੋਂ ਹੀ ਲਿਆ ਗਿਆ, ਕਿਉਂਕਿ ਉਹ ਏਂਜਲ ਉਸ ਬਾਈਬਲ ਦੇ ਵਿੱਚ ਵਾਈਟ ਕਲਰ ਦੇ ਦੱਸੇ ਜਾਂਦੇ ਨੇ। ਇਸ ਲਾਈਨ ਦੇ ਵਿੱਚ ਬੱਚਿਓ ਸਿਮਿਲੀ ਵੀ ਯੂਜ਼ ਹੋਈ ਹੈ, ਐਜ਼ ਸ਼ਬਦ ਤੁਹਾਨੂੰ ਦਿਖ ਰਿਹਾ ਹੈ। ਉਸਨੇ ਏਂਜਲ ਦੇ ਨਾਲ ਕੰਪੈਰੀਜ਼ਨ ਕੀਤਾ ਹੈ ਕਿਸ ਦਾ, ਇੰਗਲਿਸ਼ ਚਾਈਲਡ ਦਾ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਸਿਮਿਲੀ ਯੂਜ਼ ਹੋਈ ਹੈ। ਨੈਕਸਟ ਲਾਈਨ 'ਚ ਉਹ ਕਹਿੰਦਾ, ਬਟ ਆਈ ਐਮ ਬਲੈਕ ਐਜ਼ ਇਫ ਬਰੀਵਡ ਆਫ ਲਾਈਟ। ਪਰ ਕਹਿੰਦਾ ਮੈਨੂੰ ਤਾਂ ਐਂ ਲੱਗਦਾ ਕਿ ਮੈਂ ਇਸ ਤਰ੍ਹਾਂ ਦਾ ਕਾਲੇ ਰੰਗ ਦਾ ਹਾਂ ਜਿਵੇਂ ਕਿ ਮੈਨੂੰ ਰੋਸ਼ਨੀ ਹੀ ਨਸੀਬ ਨਹੀਂ ਹੁੰਦੀ ਨਾ। ਬਰੀਵਡ ਆਫ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਕਿਸੇ ਤੋਂ ਵਾਂਝਾ ਰੱਖ ਦਈਏ, ਉਹਨੂੰ ਵਾਂਝਾ ਰੱਖਣਾ, ਵਿਹੂਣਾ ਰੱਖਣਾ, ਉਹਨੂੰ ਅਸੀਂ ਬਰੀਵਡ ਆਫ ਕਹਿੰਦੇ ਹਾਂ। ਕਹਿੰਦੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੇਰੇ 'ਤੇ ਲਾਈਟ ਹੀ ਨਹੀਂ ਪੈਂਦੀ। ਹੁਣ ਇਸ ਜਗ੍ਹਾ 'ਤੇ ਵੀ ਬੱਚਿਓ ਕਵੀ ਨੇ ਸਿਮਿਲੀ ਯੂਜ਼ ਕੀਤੀ ਹੈ, ਬਿਕੋਜ਼ ਇੱਥੇ ਐਜ਼ ਲੱਗਿਆ ਹੋਇਆ ਹੈ। ਇੱਥੇ ਹੁਣ ਉਹ ਜਿਹੜਾ ਲੜਕਾ ਹੈ ਉਹ ਆਪਣੇ ਆਪ ਨੂੰ ਉਸ ਇਨਸਾਨ ਦੇ ਨਾਲ ਕੰਪੈਰੀਜ਼ਨ ਕਰਦਾ ਹੈ ਜਿਸ ਨੂੰ ਕਿ ਲਾਈਟ ਹੀ ਕਦੇ ਨਸੀਬ ਨਹੀਂ ਹੋਈ। ਹੁਣ ਇਸ ਲਾਈਨ ਤੋਂ ਬੱਚਿਓ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜਾ ਨਿਗਰੋ ਬੱਚਾ ਹੈ ਉਸ ਨੂੰ ਇਸ ਗੱਲ ਦਾ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਹੈ ਕਿ ਉਹ ਬਲੈਕ ਕਲਰ ਦਾ ਹੈ। ਤਾਂ ਬੱਚਿਓ ਇਸ ਲਾਈਨ ਤੋਂ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਇੱਥੇ ਜਿਹੜਾ ਥੀਮ ਆਫ ਡਿਸਕ੍ਰਿਮੀਨੇਸ਼ਨ ਜੋ ਅਸੀਂ ਪਹਿਲਾਂ ਡਿਸਕਸ ਕੀਤਾ ਸੀ, ਉਹ ਇੱਥੋਂ ਕਲੀਅਰ ਹੋ ਜਾਂਦਾ ਹੈ ਕਿ ਜਿਹੜੀ ਪੋਇਮ ਹੈ ਇਹ ਥੀਮ ਆਫ ਡਿਸਕ੍ਰਿਮੀਨੇਸ਼ਨ ਔਨ ਦਾ ਬੇਸਿਸ ਆਫ ਕਲਰ ਉਸ 'ਤੇ ਆਧਾਰਿਤ ਹੈ। ਸਟੂਡੈਂਟਸ ਪਹਿਲੇ ਸਟੈਂਜ਼ੇ ਦੀ ਲਾਸਟ ਲਾਈਨ ਦੇ ਵਿੱਚ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਤੁਹਾਨੂੰ ਪਤਾ ਬੱਚਿਓ ਐਲੀਟ੍ਰੇਸ਼ਨ ਉਹਨੂੰ ਕਹਿੰਦੇ ਆ ਜਦੋਂ ਇੱਕ ਕੌਨਸੋਨੈਂਟ ਦੀ ਆਵਾਜ਼ ਬਾਰ-ਬਾਰ ਇੱਕ ਲਾਈਨ ਦੇ ਵਿੱਚ ਆਉਂਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬਟ ਦੀ ਬੀ, ਬਲੈਕ ਦੀ ਬੀ ਤੇ ਬਰੀਵ ਦੀ ਬੀ, ਇਹ ਤਿੰਨੇ ਸਾਊਂਡ ਦੀ ਬ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ ਇੱਕੋ ਲਾਈਨ ਦੇ ਵਿੱਚ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਥਾਂ ਤੇ ਐਲੀਟ੍ਰੇਸ਼ਨ ਵੀ ਯੂਜ਼ ਹੋਈ ਹੈ। ਨੈਕਸਟ ਸਟੈਂਜ਼ਾ ਕਹਿੰਦੇ, ਮਾਈ ਮਦਰ ਟੌਟ ਮੀ ਅੰਡਰਨੀਥ ਅ ਟਰੀ and sitting down before the heat of day, she took me on her lap and kissed me and pointing to the east began to say। ਹੁਣ ਕਿਉਂਕਿ ਬੱਚਾ ਥੋੜ੍ਹਾ ਜਿਹਾ ਦੁਖੀ ਹੈ ਕਿ ਮੇਰਾ ਰੰਗ ਕਾਲਾ ਕਿਉਂ ਹੈ, ਤਾਂ ਉਹ ਆਪਣੀ ਮਾਂ ਨੂੰ ਇਹ ਸਵਾਲ ਕਰਦਾ ਹੈ। ਤਾਂ ਬੱਚਿਓ ਤੁਹਾਨੂੰ ਸਾਡੀ ਇੰਡੀਅਨ ਹਿਸਟਰੀ ਦੇ ਵਿੱਚ ਵੀ ਇਹੋ ਜਿਹਾ ਇੱਕ ਪ੍ਰਸੰਗ ਦੇਖਣ ਨੂੰ ਮਿਲਦਾ ਜਦੋਂ ਕ੍ਰਿਸ਼ਨ ਜੀ ਆਪਣੀ ਯਸ਼ੋਦਾ ਮਾਤਾ ਨੂੰ ਸੇਮ ਇਹੀ ਸਵਾਲ ਕਰਦੇ ਨੇ, ਬਟ ਉਹ ਹੋਰ ਕੰਟੈਕਸਟ ਕਰਦੇ ਨੇ। ਇੱਥੇ ਕਵੀ ਦਾ ਮਤਲਬ ਕੁਛ ਹੋਰ ਹੈ। ਉਹ ਕਹਿੰਦੇ ਆ ਆਪਣੀ ਮਦਰ ਨੂੰ ਪੁੱਛਦਾ ਹੈ, ਜਦੋਂ ਇਹ ਪੁੱਛਦਾ ਹੈ ਕਿ ਮੈਂ ਕਾਲਾ ਕਿਉਂ ਹੈ, ਤਾਂ ਫਿਰ ਉਸਦੀ ਮਾਂ ਉਸ ਨੂੰ ਸਮਝਾਉਂਦੀ ਹੈ। ਇੱਕ ਦਰਖਤ ਦੇ ਨੀਚੇ ਉਹ ਬੈਠ ਜਾਂਦੀ ਹੈ, ਸਿਟਿੰਗ ਡਾਊਨ ਬੈਠ ਜਾਂਦੀ ਹੈ, ਅੰਡਰਨੀਥ ਅ ਟਰੀ ਐਂਡ ਬਿਫੋਰ ਦਾ ਹੀਟ ਆਫ ਡੇ। ਹੀਟ ਆਫ ਡੇ ਦਾ ਮਤਲਬ ਇੱਥੇ ਹੋਇਆ ਕਿ ਬੱਚਿਓ ਕਿ ਉਸ ਟਾਈਮ ਕਾਫੀ ਜ਼ਿਆਦਾ ਗਰਮੀ ਹੈ, ਗਰਮੀ ਦੇ ਵਿੱਚ ਉਹ ਛਾਂ ਲਈ ਕਿਸੇ ਦਰਖਤ ਦੇ ਨੀਚੇ ਬੈਠ ਜਾਂਦੀ ਹੈ ਤੇ ਉਸ ਨੂੰ ਆਪਣੀ ਲੈਪ 'ਚ ਲੈ ਲੈਂਦੀ ਹੈ, ਮਤਲਬ ਗੋਦ 'ਚ ਬਿਠਾ ਲੈਂਦੀ ਹੈ ਤੇ ਉਸ ਨੂੰ ਪਿਆਰ ਕਰਦੀ ਹੈ। ਅਤੇ ਫਿਰ
ਈਸਟ ਵੱਲ ਨੂੰ ਪੁਆਇੰਟ ਆਊਟ ਕਰਦੀ ਹੋਈ, ਪੂਰਬ ਦੀ ਦਿਸ਼ਾ ਵੱਲ ਨੂੰ ਪੁਆਇੰਟ ਕਰਦੀ ਹੋਈ, ਦਿਸ਼ਾ ਵੱਲ ਇਸ਼ਾਰਾ ਕਰਦੀ ਹੋਈ ਉਹ ਕੁਝ ਕਹਿਣ ਲੱਗਦੀ ਹੈ। ਹੁਣ ਇੱਥੇ ਬੱਚੋ ਇੱਕ ਗੱਲ ਹੋਰ ਦੇਖਣ ਵਾਲੀ ਹੈ ਕਿ ਕਾਲੇ ਰੰਗ ਦਾ ਹੀ ਉਸ ਬੱਚੇ ਨੂੰ ਦੁੱਖ ਹੈ ਕਿ ਮੇਰਾ ਕਾਲਾ ਰੰਗ ਕਿਉਂ ਹੈ। ਲੇਕਿਨ ਇੱਥੇ ਦੇਖਣ ਵਾਲੀ ਗੱਲ ਬੱਚਿਓ ਇਹ ਹੈ ਕਿ ਉਸਦੀ ਮਦਰ ਉਸ ਨੂੰ ਕਿਸ ਜਗ੍ਹਾ ਬਿਠਾਉਂਦੀ ਹੈ, ਉਸ ਨੂੰ ਸ਼ੈਡੋ 'ਚ ਬਿਠਾਉਂਦੀ ਹੈ, ਅੰਡਰਨੀਥ ਆ ਟਰੀ ਦੀ ਸ਼ੈਡੋ 'ਚ ਬਿਠਾਉਂਦੀ ਹੈ। ਤੇ ਸ਼ੈਡੋ ਦਾ ਰੰਗ ਕੀ ਹੁੰਦਾ ਹੈ? ਕਾਲਾ। ਮਤਲਬ ਉਹ ਦੇਖੋ ਉਸ ਮਦਰ ਦਾ ਆਪਣੇ ਬੱਚੇ ਨੂੰ ਸਮਝਾਉਣ ਦਾ ਕਿੰਨਾ ਵਧੀਆ ਤਰੀਕਾ ਹੈ ਕਿ ਉਹ ਜਿਸ ਕਲਰ ਦੇ ਬਾਰੇ ਉਸ ਨੂੰ ਸਵਾਲ ਕਰਦਾ ਹੈ, ਉਸੇ ਕਲਰ 'ਚੋਂ ਲੈ ਕੇ ਉਸ ਨੂੰ ਫਿਰ ਉਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਇੱਥੇ ਇੱਕ ਹੋਰ ਬੱਚਿਓ ਬਾਈਬਲ ਦੇ ਸਿੰਬਲ ਦਾ ਜ਼ਿਕਰ ਹੈ। ਇੱਥੇ ਈਸਟ ਸ਼ਬਦ ਆਇਆ ਹੈ। ਤੁਹਾਨੂੰ ਪਤਾ ਹੈ ਈਸਟ ਵੱਲੋਂ ਸੂਰਜ ਨਿਕਲਦਾ ਹੈ। ਹਾਲਾਂਕਿ ਉਸਦੀ ਮਾਂ ਉਸ ਨੂੰ ਸੂਰਜ ਵੱਲ ਇਸ਼ਾਰਾ ਕਰਦੀ ਹੋਈ ਇਹ ਗੱਲ ਕਹਿੰਦੀ ਹੈ, ਬਟ ਇੱਥੇ ਈਸਟ ਦਾ ਮਤਲਬ ਬੱਚਿਓ ਇਹ ਵੀ ਹੈ ਕਿ ਜਿਹੜੇ ਸਾਡੇ ਜੀਸਸ ਕ੍ਰਾਈਸਟ ਹੈ ਉਹਨਾਂ ਦੀ ਰਿਜ਼ਰੈਕਸ਼ਨ ਵੀ ਈਸਟ ਵਾਲੇ ਪਾਸੇ ਹੋਈ ਸੀ। ਤਾਂ ਤੁਹਾਨੂੰ ਇਸ ਪੋਇਮ ਦੇ ਵਿੱਚ ਕਾਫੀ ਜ਼ਿਆਦਾ ਬਾਈਬਲ ਦੇ ਸਿੰਬਲਸ ਵੀ ਦੇਖਣ ਨੂੰ ਮਿਲਣਗੇ। ਨੈਕਸਟ ਸਟੈਂਜ਼ਾ, Look on the rising sun, there God does live, and gives his light, and gives his heat away, and flowers, and trees, and beasts, and men receive comfort in morning, joy in the noonday. ਹੁਣ ਉਸ ਨੀਗਰੋ ਬੱਚੇ ਦੀ ਮਾਂ ਚੜ੍ਹਦੇ ਹੋਏ ਸੂਰਜ ਵੱਲ ਇਸ਼ਾਰਾ ਕਰਦੀ ਹੋਈ ਉਸ ਨੂੰ ਕਹਿੰਦੀ ਹੈ, ਬੱਚੇ ਨੂੰ, ਕਿ ਉੱਧਰ ਦੇਖੋ, ਲੁੱਕ ਔਨ ਦਾ ਰਾਈਜ਼ਿੰਗ ਸਨ, ਚੜ੍ਹਦੇ ਹੋਏ ਸੂਰਜ ਵੱਲ ਦੇਖੋ, ਦੇਅਰ ਗੋਡ ਡਜ਼ ਲਿਵ, ਉੱਥੇ ਪਰਮਾਤਮਾ ਵਸਦਾ ਹੈ, ਉੱਥੇ ਪਰਮਾਤਮਾ ਰਹਿੰਦਾ ਹੈ। ਐਂਡ ਗਿਵਜ਼ ਹਿਜ਼ ਲਾਈਟ, ਅਤੇ ਉਹ ਆਪਣੀ ਲਾਈਟ ਸਾਰਿਆਂ ਨੂੰ ਦਿੰਦਾ ਹੈ। ਐਂਡ ਗਿਵਜ਼ ਹਿਜ਼ ਹੀਟ ਅਵੇ, ਅਤੇ ਆਪਣੀ ਗਰਮੀ ਤਪਸ਼ ਵੀ ਸਾਰਿਆਂ ਨੂੰ ਦਿੰਦਾ ਹੈ। ਕਿਹਨਾਂ ਕਿਹਨਾਂ ਨੂੰ ਦਿੰਦਾ ਹੈ? ਫਲਾਵਰਸ ਨੂੰ, ਟਰੀਜ਼ ਨੂੰ, ਫੁੱਲਾਂ ਨੂੰ, ਦਰਖਤਾਂ ਨੂੰ, ਬੀਸ ਨੂੰ, ਜਾਨਵਰਾਂ ਨੂੰ, ਐਂਡ ਮੈਨ, ਅਤੇ ਇਨਸਾਨਾਂ ਨੂੰ, ਸਾਰਿਆਂ ਨੂੰ ਉਸ ਦੀ ਰੋਸ਼ਨੀ ਅਤੇ ਉਸ ਦੀ ਹੀਟ ਮਿਲਦੀ ਹੈ, ਜੋ ਮਾਰਨਿੰਗ ਵਿੱਚ ਕੰਫਰਟ ਦਾ ਸਾਧਨ ਬਣਦੀ ਹੈ, ਉਹਨਾਂ ਦੀ ਆਰਾਮ ਦਾ ਸਾਧਨ ਬਣਦੀ ਹੈ। ਐਂਡ ਬਾਕੀ ਸਾਰੇ ਦਿਨ 'ਚ ਉਹ ਖੁਸ਼ ਰਹਿੰਦੇ ਨੇ, ਖੁਸ਼ੀਆਂ ਦਾ ਸਬਬ ਬਣਦੀ ਹੈ। ਹੁਣ ਇੱਥੇ ਬੱਚਿਓ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਇੱਕ ਥੀਮ ਦਾ ਜ਼ਿਕਰ ਹੋਇਆ ਜਿਸ ਨੂੰ ਅਸੀਂ ਕਹਿੰਦੇ ਹਾਂ ਥੀਮ ਆਫ ਇਕੁਐਲਿਟੀ। ਹੁਣ ਇਹ ਜਿਹੜਾ ਥੀਮ ਹੈ ਇਸ ਪੋਇਮ ਦੇ ਵਿੱਚ ਇਸ ਕਵੀ ਨੇ ਆਪਣੇ ਇਸ ਸਟੈਂਜ਼ੇ ਦੇ ਵਿੱਚ ਐਕਸਪ੍ਰੈਸ ਕੀਤਾ ਹੈ, ਬਰਾਬਰਤਾ ਦਾ ਥੀਮ। ਹੁਣ ਇੱਥੇ ਬਰਾਬਰਤਾ ਦਾ ਥੀਮ ਕੀ ਹੈ ਕਿ ਪਰਮਾਤਮਾ ਜਦੋਂ ਆਪਣੀ ਰੋਸ਼ਨੀ ਦਿੰਦਾ ਸਾਰਿਆਂ ਨੂੰ ਸੂਰਜ ਦੇ ਰੂਪ 'ਚ, ਤਾਂ ਉਹ ਸਭ ਨੂੰ ਮਿਲਦੀ ਹੈ। ਉਹ ਕੋਈ ਵੀ ਇਨਸਾਨ ਹੋਵੇ, ਕਿਸੇ ਵੀ ਕਲਰ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਸਭ ਨੂੰ ਉਸਦੀ ਰੋਸ਼ਨੀ ਬਰਾਬਰ ਮਿਲਦੀ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਥੀਮ ਆਫ ਇਕੁਐਲਿਟੀ ਦਾ ਜ਼ਿਕਰ ਹੋਇਆ। ਤੁਹਾਨੂੰ ਪਤਾ ਬੱਚਿਓ, ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਕਿ ਇਹ ਪੁਰਾਣੀ ਪੋਇਮ ਹੈ ਜੋ 1799 ਈਸਵੀ ਦੇ ਵਿੱਚ ਲਿਖੀ ਗਈ ਸੀ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਬਲੈਕ ਲੋਕ ਹੁੰਦੇ ਸੀਗੇ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸੈਕਿੰਡ ਸਿਟੀਜ਼ਨ ਮੰਨਿਆ ਜਾਂਦਾ ਸੀ। ਉਹਨਾਂ ਨੂੰ ਇਨਸਾਨ ਮੰਨਿਆ ਹੀ ਨਹੀਂ ਸੀ ਜਾਂਦਾ। ਈਵਨ ਕਿ ਕ੍ਰਿਸਚੀਅਨ ਦੇ ਵਿੱਚ ਉਹਨਾਂ ਨੂੰ ਨੋਨ ਬਿਲੀਵਰ ਮੰਨਿਆ ਜਾਂਦਾ ਸੀ ਕਿ ਉਹ ਕ੍ਰਿਸਚੀਅਨਿਟੀ ਵਿੱਚ ਵਿਸ਼ਵਾਸ ਨਹੀਂ ਰੱਖਦੇ, ਉਹ ਸਗੋਂ ਸੈਵੇਜ ਨੇ, ਜੰਗਲੀ ਨੇ। ਹੁਣ ਇੱਥੇ ਕਵੀ ਨੇ ਇਸ ਨੀਗਰੋ ਫੈਮਿਲੀ ਨੂੰ ਕ੍ਰਿਸਚੀਅਨ ਫੇਥ ਦੇ ਵਿੱਚ ਦਰਸਾਇਆ, ਬਿਕੋਜ਼ ਉਹ ਈਸਟ ਵੱਲ ਗੋਡ ਨੂੰ ਚੜ੍ਹਦੇ ਹੋਏ ਸੂਰਜ ਵੱਲ ਨੂੰ ਇਸ਼ਾਰਾ ਕਰਕੇ ਦੱਸਦੀ ਹੈ ਕਿ ਉੱਥੇ ਗੋਡ ਰਹਿੰਦਾ। ਅਤੇ ਇਹ ਸਾਰੀਆਂ ਜਿਹੜੀਆਂ ਮਾਨਤਾਵਾਂ ਨੇ ਇਹ ਕ੍ਰਿਸਚੀਅਨਿਟੀ ਦੀਆਂ ਮਾਨਤਾਵਾਂ ਨੇ, ਈਸਾਈ ਧਰਮ ਦੀਆਂ ਮਾਨਤਾਵਾਂ ਨੇ। ਮਤਲਬ ਕਹਿਣ ਦਾ ਇਹ ਹੋਇਆ ਕਿ ਕਵੀ ਨੇ ਉਸ ਨੀਗਰੋ ਫੈਮਿਲੀ ਨੂੰ ਇਹ ਦਰਸਾਇਆ ਕਿ ਉਹ ਈਸਾਈ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਇਹ ਇੱਕ ਬਹੁਤ ਹੀ ਵੱਡੀ ਗੱਲ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਆਮ ਤੌਰ 'ਤੇ ਜਿਹੜੇ ਬਲੈਕ ਲੋਕ ਸੀ ਉਹਨਾਂ ਨੂੰ ਨਹੀਂ ਸਮਝਿਆ ਜਾਂਦਾ ਸੀ ਕਿ ਉਹ ਕ੍ਰਿਸਚੀਅਨਿਟੀ ਦੇ ਵਿੱਚ ਵਿਸ਼ਵਾਸ ਕਰਦੇ ਨੇ। ਤਾਂ ਇੱਥੇ ਇੱਕ ਵਾਰੀ ਫਿਰ ਉਹਨਾਂ ਨੂੰ, ਨੀਗਰੋ ਫੈਮਿਲੀ ਨੂੰ, ਕ੍ਰਿਸਚੀਅਨਿਟੀ ਦੇ ਵਿੱਚ ਬਿਲੀਵ ਦਿਖਾਉਂਦੇ ਹੋਏ ਕਵੀ ਇਹ ਦੱਸਣਾ ਚਾਹੁੰਦਾ ਹੈ ਕਿ ਸਾਰੇ ਇਨਸਾਨ ਬਰਾਬਰ ਨੇ, ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ। ਤਾਂ ਇਸ ਪੂਰੇ ਸਟੈਂਜ਼ੇ ਦੇ ਵਿੱਚ ਥੀਮ ਆਫ ਇਕੁਐਲਿਟੀ ਦਾ ਸਾਨੂੰ ਜ਼ਿਕਰ ਬਾਰ-ਬਾਰ ਮਿਲਦਾ ਹੈ। ਨੈਕਸਟ ਸਟੈਂਜ਼ਾ, and we are put on earth a little space that we may learn to bear the beams of love, and these black bodies and this sunburnt face is but a cloud and like a shady grove. ਹੁਣ ਮਾਂ ਆਪਣੇ ਨੀਗਰੋ ਬੱਚੇ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ, ਕਹਿੰਦੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਇੱਕੋ ਵਰਗੀ ਰੋਸ਼ਨੀ, ਇੱਕੋ ਵਰਗੀ ਤਪਸ਼ ਦਿੰਦਾ ਹੈ, ਅਤੇ ਉਸ ਨੇ ਇਸ ਸੰਸਾਰ ਦੇ ਵਿੱਚ ਸਾਨੂੰ ਛੋਟੀ ਜਿਹੀ ਸਪੇਸ ਦਿੱਤੀ ਹੈ, ਸਾਰੇ ਇਨਸਾਨਾਂ ਨੂੰ ਅ ਲਿਟਲ ਸਪੇਸ ਜਗ੍ਹਾ ਦਿੱਤੀ ਹੈ ਇਸ ਦੁਨੀਆ 'ਤੇ, ਸਾਨੂੰ ਉਸਨੇ ਉਤਾਰਿਆ ਹੈ। ਕਿਉਂ? ਤਾਂ ਕਿ ਅਸੀਂ ਉਸ ਦੀਆਂ ਜਿਹੜੀਆਂ ਬੀਮਸ ਆਫ ਲਵ ਨੇ, ਪਿਆਰ ਦੀਆਂ ਤੰਦਾਂ ਨੂੰ ਅਸੀਂ ਮਹਿਸੂਸ ਕਰ ਸਕੀਏ, ਅਸੀਂ ਉਸ ਨੂੰ ਸਹਿਨ ਕਰ ਸਕੀਏ, ਅਸੀਂ ਉਸ ਨੂੰ ਸਿੱਖ ਸਕੀਏ। ਵੀ ਮੇ ਲਰਨ, ਅਸੀਂ ਸਾਰੇ ਇਨਸਾਨ ਉਸ ਪਰਮਾਤਮਾ ਦੀਆਂ ਪਿਆਰ ਦੀਆਂ ਜੋ
ਸਾਨੂੰ ਉਹ ਤੰਦਾਂ ਦਿੰਦਾ ਹੈ, ਪਿਆਰ ਦੇ ਬੀਮਸ ਆਫ ਲਵ ਜੋ ਪਿਆਰ ਦੀਆਂ ਬੁਛਾੜਾਂ ਦਿੰਦਾ ਹੈ, ਅਸੀਂ ਉਸ ਨੂੰ ਸਮਝ ਸਕੀਏ। ਹੁਣ ਇੱਥੇ ਬੱਚਿਓ ਜਿਹੜਾ ਬੀਮਸ ਆਫ ਲਵ ਹੈ ਨਾ, ਇਹ ਵੀ ਇੱਕ ਸਿੰਬਲ ਹੈ। ਕਵੀ ਇੱਥੇ ਬੀਮਸ ਆਫ ਲਵ ਕਿਹਨੂੰ ਕਹਿੰਦਾ ਹੈ? ਬੀਮਸ ਆਫ ਲਵ ਉਹ ਨੌਲੇਜ ਨੂੰ ਕਹਿ ਰਿਹਾ ਹੈ ਕਿ ਅਸੀਂ ਸਾਰੇ ਇਨਸਾਨ ਉਸ ਪਰਮਾਤਮਾ ਦੇ ਸਨੇਹੇ ਨੂੰ ਪਛਾਣੀਏ। ਉਹ ਸੁਨੇਹਾ ਕੀ ਹੈ? ਕਿ ਅਸੀਂ ਸਾਰੇ ਇੱਕ ਹੈ, ਅਸੀਂ ਸਾਰੇ ਇਕੁਅਲ ਹੈ, ਕਿਉਂਕਿ ਉਹ ਸਾਨੂੰ ਕੋਈ ਜਦੋਂ ਗਰਮੀ ਦਿੰਦਾ ਹੈ ਜਾਂ ਸਾਨੂੰ ਰੋਸ਼ਨੀ ਦਿੰਦਾ ਹੈ ਤਾਂ ਕਦੇ ਭੇਦਭਾਵ ਨਹੀਂ ਕਰਦਾ। ਤਾਂ ਇਹ ਜਿਹੜਾ ਉਹ ਸਾਨੂੰ ਗਿਆਨ ਦੇਣਾ ਚਾਹੁੰਦਾ ਹੈ, ਅਸੀਂ ਉਸ ਨੂੰ ਸਿੱਖੀਏ। ਤਾਂ ਇਹ ਕਵੀ ਇੱਥੇ ਇਹ ਗੱਲ ਬੱਚਿਓ ਐਜ਼ ਅ ਸਿੰਬਲ ਬੀਮਸ ਆਫ ਲਵ ਨੂੰ ਯੂਜ਼ ਕਰਕੇ ਕਹਿਣਾ ਚਾਹੁੰਦਾ ਹੈ। ਹੁਣ ਇਸ ਜਗ੍ਹਾ ਤੇ ਮਾਂ ਆਪਣੇ ਬੱਚੇ ਨੂੰ ਉਸਦੇ ਕੁਐਸਚਨ ਦਾ ਆਨਸਰ ਦਿੰਦੀ ਹੈ। ਉਹ ਕਹਿੰਦੀ ਵੀ ਜਿਹੜੇ ਤੂੰ ਆਪਣੇ ਬਲੈਕ ਬੋਡੀਜ਼, ਜੋ ਤੇਰੇ ਕਾਲੇ ਸਰੀਰ ਨੇ, ਜੋ ਧੁੱਪ ਦੇ ਸਾੜੇ ਦੇ ਵਿੱਚ ਬਿਲਕੁਲ ਸੜ ਗਏ, ਕਾਲੇ ਹੋ ਗਏ ਬਿਲਕੁਲ, ਤੇ ਤੈਨੂੰ ਉਸਦਾ ਗੁੱਸਾ ਹੈ ਜਾਂ ਤੈਨੂੰ ਦੁੱਖ ਹੈ ਕਿ ਮੈਂ ਇੰਨਾ ਕਾਲਾ ਕਿਉਂ ਹੋ ਗਿਆ ਇਸ ਧੁੱਪ ਦੇ ਵਿੱਚ। ਹੁਣ ਉਹ ਉਸਦਾ ਆਨਸਰ ਉਹ ਆਪਣੇ ਬੱਚੇ ਨੂੰ ਇਸ ਤਰ੍ਹਾਂ ਦਿੰਦੀ ਹੈ। ਕਹਿੰਦੇ ਵੀ ਇਸ ਨੂੰ ਅਸੀਂ ਦੋ ਤਰੀਕੇ ਨਾਲ ਸਮਝ ਸਕਦੇ ਹਾਂ। ਜਾਂ ਤਾਂ ਇਹਨੂੰ ਦੇਖ, ਤੂੰ ਬੱਚੇ ਇਹ ਮੰਨ ਲੈ ਕਿ ਜਿਹੜਾ ਤੇਰਾ ਕਾਲਾ ਸਰੀਰ ਹੈ ਇੱਕ ਕਲਾਊਡ ਦੀ ਤਰ੍ਹਾਂ ਹੈ, ਜਾਂ ਇਹ ਇੱਕ ਸ਼ੇਡੀ ਗਰੋਵ ਦੀ ਤਰ੍ਹਾਂ ਹੈ। ਹੁਣ ਬੱਚੇ ਉਹ ਜਿਹੜੀ ਇੱਥੇ ਉਹ ਉਸਨੂੰ ਸਮਝਾਉਣਾ ਚਾਹੁੰਦੀ ਹੈ ਕਿ ਇੱਕ ਜਿਹੜਾ ਕਲਾਊਡ ਹੈ ਉਹ ਕੀ ਕਰਦਾ ਹੈ, ਜਦੋਂ ਸੂਰਜ ਦੀਆਂ ਰੋਸ਼ਨੀ ਆਉਂਦੀ ਹੈ, ਸੂਰਜ ਦੀਆਂ ਕਿਰਨਾਂ ਆਉਂਦੀਆਂ ਤਾਂ ਉਸ ਨੂੰ ਉਹ ਰੋਕ ਲੈਂਦਾ ਹੈ ਤੇ ਅੱਗੇ ਹਨੇਰਾ ਕਰ ਦਿੰਦਾ ਹੈ। ਤਾਂ ਕਲਾਊਡ ਬੇਸਿਕਲੀ ਕੀ ਕਰਦਾ ਹੈ, ਜਿਹੜੀ ਰੋਸ਼ਨੀ ਹੈ ਉਸ ਨੂੰ ਰੋਕ ਲੈਂਦਾ ਹੈ ਅਤੇ ਅੱਗੇ ਹਨੇਰਾ ਕਰ ਦਿੰਦਾ ਹੈ ਸਾਰੇ ਕਿਤੇ। ਬਟ ਜਿਹੜੀ ਸ਼ੇਡੀ ਗਰੋਵ ਹੈ ਉਹ ਸਿਰਫ ਥੋੜ੍ਹੇ ਜਿਹੇ ਹਿੱਸੇ ਨੂੰ ਹੀ ਰੋਕਦੀ ਹੈ ਤਾਂ ਕਿ ਸਾਨੂੰ ਉੱਥੇ ਆਰਾਮ ਮਿਲ ਸਕੇ, ਉੱਥੇ ਬੈਠ ਕੇ ਅਸੀਂ ਉਸ ਨੂੰ ਇੰਜੋਏ ਕਰ ਸਕੀਏ। ਤਾਂ ਇੱਕ ਤਰ੍ਹਾਂ ਨਾਲ ਇੱਥੇ ਜਿਹੜਾ ਕਲਾਊਡ ਹੈ ਉਹ ਨੈਗੇਟਿਵ ਸੈਂਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ, ਲੇਕਿਨ ਜਿਹੜਾ ਸ਼ੈਡੀ ਗਰੋਵ ਹੈ ਉਹ ਪੋਜ਼ੀਟਿਵ ਸੈਂਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ। ਹੁਣ ਜਿਹੜਾ ਬੱਚਾ ਹੈ ਉਹ ਆਪਣੇ ਕਾਲੇ ਰੰਗ ਨੂੰ ਐਜ਼ ਅ ਕਲਾਊਡ ਮੰਨ ਰਿਹਾ ਹੈ। ਉਹ ਕਹਿੰਦਾ ਵੀ ਮੇਰਾ ਕਾਲਾ ਰੰਗ ਬਹੁਤ ਹੀ ਗਲਤ ਹੈ, ਵੀ ਨਹੀਂ ਹੋਣਾ ਚਾਹੀਦਾ, ਵਾਈਟ ਹੋਣਾ ਚਾਹੀਦਾ ਹੈ। ਤਾਂ ਮਾਂ ਉਸਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਤੂੰ ਆਪਣੇ ਕਾਲੇ ਰੰਗ ਨੂੰ ਕਲਾਊਡ ਵਾਂਗੂ ਨਾ ਦੇਖ, ਉਸ ਨੂੰ ਇੱਕ ਸ਼ੈਡੀ ਗਰੋਵ ਦੀ ਤਰ੍ਹਾਂ ਦੇਖ। ਇੱਥੇ ਬਟ ਅ ਕਲਾਊਡ ਕਿਹਾ ਐਂਡ ਲਾਈਕ ਅ ਸ਼ੈਡੀ ਗਰੋਵ ਕਿਹਾ। ਤਾਂ ਸ਼ੈਡੀ ਗਰੋਵ ਕੀ ਕਰਦੀ ਹੈ? ਹੁਣ ਉਹ ਕਿੱਥੇ ਬੈਠੇ ਨੇ ਦੋਨੇ ਜਣੇ? ਹੁਣ ਉਹ ਦੋਨੇ ਇੱਕ ਰੁੱਖ ਦੇ ਥੱਲੇ ਬੈਠੇ ਨੇ, ਗਰੋਵ ਦੇ ਥੱਲੇ ਬੈਠੇ ਨੇ। ਗਰੋਵ ਤੁਹਾਨੂੰ ਪਤਾ ਬੱਚਿਓ ਦਰਖਤਾਂ ਦੇ ਝੁੰਡ ਨੂੰ ਕਿਹਾ ਜਾਂਦਾ, ਜਿਸ ਦੇ ਨੀਚੇ ਛਾਂ ਹੁੰਦੀ ਹੈ। ਹੁਣ ਉਹ ਛਾਂ 'ਚ ਬੈਠੇ ਨੇ, ਛਾਂ ਵੀ ਕਾਲੀ ਹੈ। ਤਾਂ ਜੇ ਕਾਲੀ ਛਾਂ ਹੈ ਤਾਂ ਹੀ ਉਹਨਾਂ ਨੂੰ ਥੋੜ੍ਹੀ ਜਿਹੀ ਠੰਡਕ ਮਹਿਸੂਸ ਹੋ ਰਹੀ ਹੈ ਨਾ। ਤਾਂ ਇੱਥੇ ਹੁਣ ਉਹ ਜਿਹੜੀ ਮਾਂ ਹੈ ਆਪਣੇ ਬੱਚੇ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਅਸੀਂ ਹੁਣ ਛਾਂ 'ਚ ਬੈਠ ਕੇ ਅਸੀਂ ਵਧੀਆ ਫੀਲ ਕਰ ਰਹੇ ਹਾਂ, ਤਾਂ ਤੇਰੀ ਜਿਹੜੀ ਬੋਡੀ ਹੈ ਇਹ ਇੱਕ ਸ਼ੈਡੀ ਗਰੋਵ ਦੀ ਤਰ੍ਹਾਂ ਹੈ। ਇਸ ਜਗ੍ਹਾ ਤੇ ਮਾਂ ਆਪਣੇ ਬੱਚੇ ਨੂੰ ਇਹ ਵੀ ਸਮਝਾ ਰਹੀ ਹੈ ਕਿ ਜਿਹੜੇ ਤੇਰਾ ਸਰੀਰ ਹੈ ਉਹ ਸਨਬਰਨਟ ਹੋ ਗਿਆ, ਸਨਬਰਨਟ ਫੇਸ ਹੈ ਤੇਰਾ। ਇਹਦਾ ਮਤਲਬ ਇਹ ਹੋ ਗਿਆ ਕਿ ਇਹ ਬੀਮਸ ਆਫ ਲਵ ਦੇ ਕਰਕੇ ਹੋਇਆ। ਬੀਮਸ ਆਫ ਲਵ ਦੇ ਕਰਕੇ, ਕਿਉਂਕਿ ਜਿਹੜੀਆਂ ਬੀਮਸ ਪੈ ਰਹੀਆਂ ਨੇ, ਪਿਆਰ ਦੀਆਂ ਕਿਰਨਾਂ ਪੈ ਰਹੀਆਂ ਨੇ, ਉਹਦੇ ਕਰਕੇ ਤੇਰਾ ਫੇਸ ਸੜ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਤੈਨੂੰ ਪਿਆਰ ਦੀਆਂ ਕਿਰਨਾਂ ਜ਼ਿਆਦਾ ਮਿਲੀਆਂ, ਕਿਉਂਕਿ ਜਦੋਂ ਕੋਈ ਚੀਜ਼ ਸੜਦੀ ਹੈ ਤਾਂ ਦੈਟ ਮੀਨਸ ਉੱਥੇ ਰੋਸ਼ਨੀ ਜ਼ਿਆਦਾ ਪਈ ਹੈ, ਉੱਥੇ ਗਰਮੀ ਜ਼ਿਆਦਾ ਪਈ ਹੈ। ਹੁਣ ਮਾਂ ਬੱਚੇ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੂੰ ਪਰਮਾਤਮਾ ਦੇ ਜ਼ਿਆਦਾ ਨਜ਼ਦੀਕ ਹੈ ਜੇ ਤੇਰਾ ਕਾਲਾ ਰੰਗ ਹੈ। ਕਿਉਂਕਿ ਜਿਹੜਾ ਬੰਦਾ ਦੁੱਖ ਝੇਲਦਾ ਹੈ, ਜਿਹੜਾ ਬੰਦਾ ਦਲਿਦਰੀ 'ਚ ਹੁੰਦਾ ਹੈ ਜਾਂ ਬਹੁਤ ਜ਼ਿਆਦਾ ਔਖਾ ਹੁੰਦਾ ਹੈ, ਤਾਂ ਉਹ ਪਰਮਾਤਮਾ ਉਸ ਨੂੰ ਆਪਣੇ ਨੇੜੇ ਰੱਖਦਾ ਹੈ। ਤਾਂ ਇੱਥੇ ਸਨਬਰਨਡ ਫੇਸ ਇਸ ਕਰਕੇ ਹੋਏ ਨੇ ਕਿਉਂਕਿ ਬੀਮਸ ਆਫ ਲਵ ਜ਼ਿਆਦਾ ਪੈ ਰਹੀਆਂ ਨੇ। ਤਾਂ ਇੱਥੇ ਮਾਂ ਆਪਣੇ ਬੱਚੇ ਦੇ ਜੋ ਡਾਊਟਸ ਨੇ ਕਿ ਉਹਦਾ ਕਾਲਾ ਰੰਗ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਸਟੂਡੈਂਟਸ ਇਸ ਸਟੈਂਜ਼ੇ ਦੀ ਲਾਸਟ ਲਾਈਨ ਦੇ ਵਿੱਚ ਲਾਇਕ ਲਾ ਕੇ ਤੁਲਨਾ ਕੀਤੀ ਗਈ ਹੈ ਬਲੈਕ ਬੋਡੀ ਦੀ ਸ਼ੇਡੀ ਗਰੋਵ ਦੇ ਨਾਲ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਜਗ੍ਹਾ ਤੇ ਰਾਈਟਰ ਨੇ ਸਿਮਲੀ ਯੂਜ਼ ਕੀਤੀ ਹੈ। ਨੈਕਸਟ ਸਟੈਂਜ਼ਾ, ਫॉर when our souls have learned the heat to bear, the cloud will vanish, we shall hear his voice saying, come out from the grove, my love and care, and round my golden tent like lambs rejoice। ਹੁਣ ਮਾਂ ਬੱਚੇ ਨੂੰ ਸਮਝਾਉਣਾ ਜਾਰੀ ਰੱਖਦੀ ਹੈ ਤੇ ਉਹ ਕਹਿੰਦੀ ਹੈ ਕਿ ਜਦੋਂ ਸਾਡੀਆਂ ਆਤਮਾਵਾਂ ਇਹ ਸਮਝ ਜਾਣਗੀਆਂ ਕਿ ਜਿਹੜੀਆਂ ਇਹ ਪਿਆਰ ਦੀਆਂ ਕਿਰਨਾਂ ਪਰਮਾਤਮਾ ਵੱਲੋਂ ਆ ਰਹੀਆਂ ਨੇ, ਅਸੀਂ ਜਾਂ ਨੌਲੇਜ ਜੋ ਅਸੀਂ ਆ ਰਹੀ ਹੈ, ਜਦੋਂ ਅਸੀਂ ਇਹ ਸਿੱਖ ਜਾਵਾਂਗੇ, ਜਦੋਂ ਇਹ ਸਾਰੀ ਨੌਲੇਜ ਨੂੰ ਅਸੀਂ ਗ੍ਰਹਿਣ ਕਰ ਲਵਾਂਗੇ ਅਤੇ ਉਸ ਦੀ ਦਿੱਤੇ ਹੋਏ ਕੋਈ ਵੀ ਜੋ ਸੁੱਖ ਦੁੱਖ ਨੇ ਉਹਨਾਂ ਨੂੰ ਅਸੀਂ ਸਹਿਣੇ ਸਿੱਖ ਜਾਵਾਂਗੇ, ਤਾਂ ਫਿਰ ਕੀ ਹੋਏਗਾ? ਤਾਂ ਜਿਹੜਾ ਕਲਾਊਡ ਸਾਡੇ ਅਗਿਆਨਤਾ ਦਾ ਜੋ ਹਨੇਰਾ ਸਾਡੇ ਤੇ ਚੜਿਆ ਹੋਇਆ ਹੈ, ਮਤਲਬ ਇੱਥੇ ਕਲਾਊਡ ਦਾ ਮਤਲਬ ਤੁਸੀਂ ਬੱਚਿਓ ਬਲੈਕ ਬੋਡੀਜ਼ ਨੂੰ ਕਹਿ ਸਕਦੇ ਹੋ, ਲੇਕਿਨ ਇਸ ਦੇ ਜ਼ਿਆਦਾ ਵੱਡੇ ਅਰਥਾਂ ਦੇ ਵਿੱਚ ਉਹ ਜੋ ਅਗਿਆਨਤਾ ਦਾ ਜਿਸ ਕਰਕੇ ਇਹ ਬਲੈਕ ਤੇ ਵਾਈਟ ਲੋਕਾਂ ਦੇ ਵਿਚਕਾਰ ਆਪਸ 'ਚ ਵਿਤਕਰੇ ਰਹਿੰਦੇ ਨੇ, ਉਸ ਨੂੰ ਖਤਮ ਕਰਨ ਦੀ ਵੀ ਗੱਲ ਇੱਥੇ ਕਹੀ ਜਾ ਰਹੀ ਹੈ। ਤਾਂ ਇਹ ਜਿਹੜਾ ਕਲਾਊਡ ਹੈ, ਇਹ ਜਿਹੜੇ ਬੱਦਲ ਨੇ,
ਇਹ ਸਾਰੇ ਵੈਨਿਸ਼ ਹੋ ਜਾਣਗੇ। ਵੈਨਿਸ਼ ਦਾ ਮਤਲਬ ਅਲੋਪ ਹੋ ਜਾਣਗੇ, ਖਤਮ ਹੋ ਜਾਣਗੇ। ਫਿਰ ਸਾਨੂੰ ਉਸ ਪਰਮਾਤਮਾ ਦੀ ਆਵਾਜ਼ ਸੁਣਾਈ ਦਿੱਤੀ ਜਾਏਗੀ, ਸਾਨੂੰ ਆਵਾਜ਼ ਸੁਣੇਗੀ ਸਾਨੂੰ, ਜੋ ਇਹ ਕਹੇਗੀ ਕਿ ਆਓ ਤੁਸੀਂ ਇਸ ਗਰੋਵ ਤੋਂ ਬਾਹਰ ਆ ਜਾਓ। ਇਸ ਜੋ ਰੁੱਖਾਂ ਦੇ ਝੁੰਡ ਦੇ ਵਿੱਚ ਜੋ ਗਰੋਵ ਬਣਦਾ ਹੈ, ਜੋ ਇਹ ਜੋ ਛਾਂ ਹੈ, ਇਸ ਤੋਂ ਤੁਸੀਂ ਬਾਹਰ ਆ ਜਾਓ ਅਤੇ ਮੇਰੇ ਪਿਆਰ ਨੂੰ ਗ੍ਰਹਿਣ ਕਰੋ ਅਤੇ ਮੇਰੀ ਕੇਅਰ 'ਚ ਆ ਜਾਓ। ਅਤੇ ਕਿੱਥੇ ਆ ਜਾਓ? ਮਾਈ ਗੋਲਡਨ ਟੈਂਟ। ਗੋਲਡਨ ਟੈਂਟ ਬੱਚਿਓ ਤੁਸੀਂ ਹੈਵਨ ਨੂੰ ਕਹਿ ਸਕਦੇ ਹੋ, ਸਵਰਗ ਨੂੰ ਕਹਿ ਸਕਦੇ ਹੋ। ਅਤੇ ਉਸ ਦੇ ਆਲੇ ਦੁਆਲੇ ਇਸ ਤਰ੍ਹਾਂ ਰਹੋ ਜਿਵੇਂ ਇੱਕ ਲੈਂਪ। ਲੈਂਪ ਬੱਚਿਓ ਤੁਹਾਨੂੰ ਪਤਾ ਹੈ, ਬੱਕਰੀ ਦੇ ਬੱਚੇ ਨੂੰ ਕਿਹਾ ਜਾਂਦਾ ਹੈ, ਕਿ ਭੇਡ ਦੇ ਬੱਚੇ ਨੂੰ, ਕਿ ਜਿਸ ਤਰ੍ਹਾਂ ਇੱਕ ਲੈਂਪ ਖੁਸ਼ ਹੁੰਦਾ ਹੈ, ਉਹ ਆਪਣੇ ਹਰੇ ਵਾਈ ਦੇ ਵਿੱਚ ਕਿੰਨਾ ਖੁਸ਼ ਰਹਿੰਦਾ ਹੈ। ਇਸੇ ਤਰ੍ਹਾਂ ਤੁਸੀਂ ਆ ਕੇ ਮੇਰੇ ਮੇਰੇ ਕੋਲ ਤੁਸੀਂ ਖੁਸ਼ ਰਹੋਗੇ, ਮੇਰੇ ਪਿਆਰ ਨੂੰ ਗ੍ਰਹਿਣ ਕਰੋਗੇ ਅਤੇ ਮੇਰੀ ਕੇਅਰ 'ਚ ਰਹੋਗੇ। ਤਾਂ ਬੱਚਿਓ ਇੱਥੇ ਥੋੜ੍ਹੀ ਜਿਹੀ ਸਮਝਣ ਵਾਲੀ ਇਹ ਹੈ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਇਸ ਪੋਇਮ ਦੇ ਵਿੱਚ ਕਾਫੀ ਜ਼ਿਆਦਾ ਬਾਈਬਲ ਦੇ ਰੈਫਰੈਂਸਿਸ ਨੇ, ਤਾਂ ਇੱਥੇ ਲੈਂਬ ਯੂਜ਼ ਕੀਤਾ ਹੋਇਆ ਬੱਚਿਓ। ਲੈਂਬ, ਜੇ ਤੁਸੀਂ ਬਾਈਬਲ ਪੜ੍ਹੀ ਹੋਵੇ ਤਾਂ ਬਾਈਬਲ ਦੇ ਵਿੱਚ ਇਹ ਆਉਂਦਾ ਹੈ ਕਿ ਜੀਸਸ ਕ੍ਰਾਈਸਟ ਦੇ ਜਦੋਂ ਉਹਨਾਂ ਦੇ ਐਕਿਊਜ਼ਰਸ, ਜਿਹੜੇ ਉਹਨਾਂ 'ਤੇ ਤੁਹਮਤਾਂ ਲਗਾਉਣ ਵਾਲੇ ਉਹਨਾਂ 'ਤੇ ਤੁਹਮਤ ਲਗਾਉਂਦੇ ਨੇ, ਤਾਂ ਉਸ ਟਾਈਮ ਇੱਕ ਪਿਕਚਰ ਦੇ ਵਿੱਚ ਜੀਸਸ ਕ੍ਰਾਈਸਟ ਨੂੰ ਲੈਂਬ ਦੇ ਤੌਰ 'ਤੇ ਪੇਸ਼ ਕੀਤਾ ਗਿਆ। ਤੁਹਾਨੂੰ ਪਤਾ ਲੈਂਬ ਇੱਕ ਭੇਡ ਦਾ ਬੱਚਾ ਇੱਕ ਬਹੁਤ ਹੀ ਮਾਸੂਮ ਜਿਹਾ ਹੁੰਦਾ ਹੈ, ਤਾਂ ਉਸ ਤਰ੍ਹਾਂ ਨੂੰ ਪੇਸ਼ ਕੀਤਾ ਗਿਆ, ਅਤੇ ਇੱਥੇ ਲੈਂਬ ਦਾ ਜ਼ਿਕਰ ਕੀਤਾ ਹੋਇਆ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਦੇਖੋ ਬਾਈਬਲ ਦੇ ਕਿੰਨੇ ਜ਼ਿਆਦਾ ਇੱਥੇ ਸਿੰਬਲ ਸਾਨੂੰ ਇਸ ਪੋਇਮ ਦੇ ਵਿੱਚ ਦੇਖਣ ਨੂੰ ਮਿਲੇ ਨੇ। ਇਸ ਥਾਂ 'ਤੇ ਬੱਚਿਓ ਫਿਰ ਸਿਮਿਲੀ ਯੂਜ਼ ਹੋਈ ਹੈ। ਲੈਂਬ, ਜਿਹੜੇ ਇਨੋਸੈਂਟ ਇਨਸਾਨ ਨੇ, ਉਹਨਾਂ ਨੂੰ ਲੈਂਬਸ ਦੇ ਨਾਲ ਤੁਲਨਾ ਕੀਤੀ ਗਈ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਜਗ੍ਹਾ 'ਤੇ ਵੀ ਸਿਮਿਲੀ ਯੂਜ਼ ਹੋਈ ਹੈ। ਅਸੀਂ ਇਹ ਵੀ ਗੱਲ ਕਰ ਸਕਦੇ ਹਾਂ ਕਿ ਇੱਥੇ ਅਗਿਆਨਤਾ ਦੇ ਹਨੇਰੇ ਨੂੰ ਜਦੋਂ ਖਤਮ ਹੋ ਜਾਂਦਾ ਪੂਰੀ ਦੁਨੀਆ 'ਚ, ਉਸਦੀ ਵੀ ਗੱਲ ਕੀਤੀ ਜਾ ਸਕਦੀ ਹੈ। ਜਾਂ ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਮਾਂ ਆਪਣੇ ਬੱਚੇ ਨੂੰ ਇਹ ਗੱਲ ਵੀ ਸਮਝਾ ਰਹੀ ਹੈ ਕਿ ਜਦੋਂ ਇੱਕ ਇਨਸਾਨ ਦੀ ਡੈਥ ਹੋ ਜਾਂਦੀ ਹੈ, ਤਾਂ ਉਸ ਟਾਈਮ ਉਹ ਸਾਰੇ ਜਣੇ ਪਰਮਾਤਮਾ ਦੇ ਇਕਮਿਕ ਹੋ ਜਾਂਦੇ ਨੇ, ਫਿਰ ਕੋਈ ਭੇਦਭਾਵ ਨਹੀਂ ਰਹਿੰਦਾ। Thus did my mother say and kissed me, and thus I say to little English boy, when I from black and he from white cloud free, and round the tent of God like lambs we joy। ਤਾਂ ਇਹ ਸਾਰੀਆਂ ਗੱਲਾਂ ਸਮਝਾਉਣ ਤੋਂ ਬਾਅਦ ਮਦਰ ਉਸ ਨੂੰ ਪਿਆਰ ਕਰਦੀ ਹੈ, ਕਿਸ ਕਰਦੀ ਹੈ, ਇਹ ਸਾਰੀਆਂ ਗੱਲਾਂ ਮਦਰ ਨੇ ਉਸ ਨੂੰ ਕਹੀਆਂ ਅਤੇ ਉਸ ਨੂੰ ਪਿਆਰ ਕੀਤਾ, ਉਸ ਬੱਚੇ ਨੂੰ ਪਿਆਰ ਕੀਤਾ, ਮੈਨੂੰ ਪਿਆਰ ਕੀਤਾ। ਅਤੇ ਫਿਰ ਮੈਂ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਗੱਲਾਂ ਮੈਂ ਜਾ ਕੇ ਇੱਕ ਛੋਟੇ ਜਿਹੇ ਇੰਗਲਿਸ਼ ਬੋਆਏ, ਮਤਲਬ ਜੋ ਕਿ ਵਾਈਟ ਬੋਆਏ ਹੈ, ਜਿਸ ਦੀ ਸਕਿਨ ਦਾ ਕਲਰ ਵਾਈਟ ਹੈ, ਉਸ ਨੂੰ ਜਾ ਕੇ ਮੈਂ ਸਾਰੀਆਂ ਗੱਲਾਂ ਕਹੀਆਂ ਜੋ ਮਦਰ ਨੇ ਮੈਨੂੰ ਸਮਝਾਈਆਂ ਸੀ। ਮੈਂ ਸਾਰੀਆਂ ਗੱਲਾਂ ਉਸ ਅੰਗਰੇਜ਼ ਲੜਕੇ ਨੂੰ ਕਹੀਆਂ, ਅਤੇ ਉਹ ਵੀ ਅੰਗਰੇਜ਼ ਲੜਕਾ ਮੇਰੇ ਵਾਂਗੂ ਉਹਨਾਂ ਗੱਲਾਂ ਨੂੰ ਮੰਨ ਗਿਆ। ਅਤੇ ਫਿਰ ਜਦੋਂ ਅਸੀਂ ਦੋਨਾਂ ਨੂੰ ਸਾਨੂੰ ਨੌਲੇਜ ਹੋ ਗਈ, ਤਾਂ ਅਸੀਂ ਆਪਣੇ ਦੋਨੇ ਜਿਹੜੇ ਆਪਣੇ ਆਪਣੇ ਕਲਾਊਡਸ ਨੇ, ਕਿਉਂਕਿ ਮੇਰੇ ਉੱਪਰ ਬਲੈਕ ਕਲਾਊਡ ਚੜ੍ਹਿਆ ਹੋਇਆ ਹੈ ਅਤੇ ਉਸ ਅੰਗਰੇਜ਼ ਲੜਕੇ ਦੇ ਉੱਪਰ ਵਾਈਟ ਕਲਾਊਡ ਚੜ੍ਹਿਆ ਹੋਇਆ, ਤਾਂ ਅਸੀਂ ਉਹਨਾਂ ਕਲਾਊਡ ਤੋਂ ਫ੍ਰੀ ਹੋ ਗਏ। ਹੁਣ ਇੱਥੇ ਕਲਾਊਡ ਤੋਂ ਫ੍ਰੀ ਹੋਣ ਦਾ ਮਤਲਬ ਕੀ ਹੈ ਬੱਚਿਓ, ਕਿ ਇੱਥੇ ਹੁਣ ਜਿਹੜਾ ਬਲੈਕ ਬੱਚਾ ਹੈ, ਬਲੈਕ ਨੀਗਰੋ ਬਾਏ ਹੈ, ਉਹ ਲੜਕਾ ਹੈ, ਉਸ ਦੇ ਉੱਪਰ ਜੋ ਬਲੈਕ ਕਲਾਊਡ ਹੈ ਉਹ ਨੌਲੇਜ ਨਾ ਹੋਣ ਦਾ ਕਲਾਊਡ ਹੈ। ਅਤੇ ਜਿਹੜਾ ਵਾਈਟ ਕਲਾਊਡ ਹੈ, ਉਹ ਬੱਚਾ ਆਪਣੇ ਆਪ ਨੂੰ ਉਸਦੇ ਕੋਲੇ ਵੀ ਨੌਲੇਜ ਦੀ ਕਮੀ ਹੈ, ਤਾਂ ਦੋਨਾਂ ਨੂੰ ਨੌਲੇਜ ਹੋ ਗਈ। ਦੋਨਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਇਹ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਮਸਲਾ ਹੈ, ਕੁਛ ਨਹੀਂ ਹੈ, ਅਸੀਂ ਸਾਰੇ ਇਨਸਾਨ ਬਰਾਬਰ ਹੈ, ਅਤੇ ਹੁਣ ਅਸੀਂ ਸਾਰੇ ਇੱਕ ਵਰਗੇ ਇਨਸਾਨ ਹੈ, ਅਤੇ ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਫ੍ਰੀ ਹੈ। ਜਦੋਂ ਇਹ ਸਾਰੀਆਂ ਗੱਲਾਂ ਸਾਡੇ ਮਨ 'ਚ ਆ ਗਈਆਂ, ਤਾਂ ਅਸੀਂ ਦੋਵੇਂ ਇਕਮਿਕ ਹੋ ਗਏ, ਅਤੇ ਫਿਰ ਅਸੀਂ ਉਸ ਪਰਮਾਤਮਾ ਦੀ ਦਿੱਤੀ ਹੋਈ ਜੋ ਦੁਨੀਆ ਹੈ, ਰਾਊਂਡ ਦਾ ਟੈਂਟ ਆਫ ਗੋਡ ਦੀ ਜੋ ਦੁਨੀਆ ਹੈ, ਉਸ ਦੇ ਵਿੱਚ ਅਸੀਂ ਇੱਕ ਲੈਂਬ ਦੀ ਤਰ੍ਹਾਂ, ਇੱਕ ਇਨੋਸੈਂਟ ਲੈਂਬ ਦੀ ਤਰ੍ਹਾਂ, ਇੱਕ ਭੇਡ ਦੇ ਬੱਚਾ ਜਿਵੇਂ ਇੰਜੋਏ ਕਰਦਾ ਹੈ ਹਰੇ ਵਾਈ ਦੇ ਵਿੱਚ, ਅਸੀਂ ਉਸ ਤਰ੍ਹਾਂ ਅਸੀਂ ਵੀ ਇੰਜੋਏ ਕਰਾਂਗੇ। ਤਾਂ ਬੱਚਿਓ ਇੱਥੇ ਇਸ ਸਟੈਂਜ਼ੇ ਦੇ ਵਿੱਚ ਇਹ ਗੱਲ ਦੱਸਣ ਵਾਲੀ ਹੈ ਕਿ ਫਿਰ ਇੱਥੇ ਇੱਕ ਦੁਨਿਆਵੀ ਜਿਹੜੀ ਸਾਨੂੰ ਨੌਲੇਜ ਦੀ ਕਮੀ ਹੈ ਇਨਸਾਨਾਂ ਦੇ ਵਿੱਚ, ਜਿਸ ਕਰਕੇ ਭੇਦਭਾਵ ਵਿਤਕਰੇ ਹੁੰਦੇ ਨੇ, ਉਹਦੇ ਬਾਰੇ ਵੀ ਗੱਲ ਹੋ ਸਕਦੀ ਹੈ। ਜਾਂ ਫਿਰ ਆਫਟਰ ਡੈਥ ਵਾਲੀ ਗੱਲ ਵੀ ਹੋ ਸਕਦੀ ਹੈ ਕਿ ਜਦੋਂ ਕਿਸੇ ਇਨਸਾਨ ਦੀ ਡੈਥ ਹੁੰਦੀ ਹੈ, ਤਾਂ ਫਿਰ ਉਸ ਸਮੇਂ ਕੋਈ ਭੇਦਭਾਵ ਨਹੀਂ ਹੁੰਦੇ। ਉਹ ਪਰਮਾਤਮਾ ਦੀ ਜੋ ਬਣਾਈ ਹੋਈ ਦੁਨੀਆ ਹੈ, ਜੋ ਸਵਰਗ ਹੈ, ਉਸ ਦੇ ਵਿੱਚ ਉਹ ਸਾਰੇ ਇਕੱਠੇ ਹੀ ਜਾਂਦੇ ਨੇ, ਉੱਥੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ। Last stanza, I will shade him from the heat till he can bear, to lean in joy upon our Father's knee, and then I will stand and stroke his silver hair, and be like him, and he will then love me। ਹੁਣ ਜਦੋਂ ਉਹ
ਇਸ ਦੁਨੀਆ ਦੇ ਵਿੱਚ ਸਾਰੇ ਭੇਦ-ਭਾਵ ਭੁਲਾ ਕੇ ਇਕੱਠੇ ਹੋ ਗਏ ਅਤੇ ਇਕੱਠੇ ਹੁਣ ਉਹ ਖੇਡ ਰਹੇ ਨੇ, ਇਸ ਲਾਈਫ ਨੂੰ ਇੰਜੋਏ ਕਰ ਰਹੇ ਨੇ। ਤਾਂ ਫਿਰ ਉਹ ਕਹਿੰਦਾ ਮੈਂ ਇਸ ਦੁਨੀਆ ਦੀ ਜਿਹੜੀ ਹੀਟ ਆ ਰਹੀ ਆ ਉੱਪਰੋਂ, ਗਰਮੀ ਆ ਰਹੀ ਹੈ, ਮਤਲਬ ਇੱਥੇ ਹੀਟ ਦਾ ਮਤਲਬ ਇੱਥੇ ਇਗਨੋਰੈਂਸ ਵੀ ਕਹਿ ਸਕਦੇ ਹੋ, ਤਾਂ ਅਨਪੜ੍ਹਤਾ ਜਾਂ ਜਹਾਲਤ ਜਿਹਨੂੰ ਤੁਸੀਂ ਕਹਿੰਦੇ ਹੋ, ਤਾਂ ਮੈਂ ਉਸ ਤੋਂ ਸ਼ੇਡ ਕਰਾਂਗਾ। ਸ਼ੇਡ ਦਾ ਮਤਲਬ ਉਸ ਨੂੰ ਬਚਾਵਾਂਗਾ ਜਦ ਤੱਕ ਉਹ ਉਸ ਨੂੰ ਸਹਿਣ ਨਾ ਕਰ ਸਕੇ। ਵਾਈਟ ਬॉय ਦੀ ਗੱਲ ਕਰ ਰਿਹਾ ਹੈ। ਇੱਕ ਬਲੈਕ ਬॉय ਵਾਈਟ ਬॉय ਬਾਰੇ ਕਹਿ ਰਿਹਾ ਹੈ ਕਿ ਹੁਣ ਅਸੀਂ ਇੱਕਮਿਕ ਹੋ ਗਏ, ਤਾਂ ਹੁਣ ਦੁਨੀਆ ਦੀਆਂ ਜਿੰਨੀਆਂ ਵੀ ਗਲਤ ਗੱਲਾਂ ਹੋਣਗੀਆਂ, ਮੈਂ ਉਸ ਨੂੰ ਸ਼ੇਡ ਕਰਾਂਗਾ, ਉਸ ਨੂੰ ਬਚਾਵਾਂਗਾ ਜਦ ਤੱਕ ਉਹਨਾਂ ਨੂੰ ਸਿੱਖ ਨਾ ਜਾਵੇ ਕਿ ਉਸ ਦੇ ਨਾਲ ਕਿਵੇਂ ਉਸਨੇ ਡੀਲ ਕਰਨਾ ਹੈ। ਹੁਣ ਇੱਥੇ ਕਹਿਣ ਦਾ ਮਤਲਬ ਬੱਚਿਓ ਇਹ ਵੀ ਹੈ, ਕਿਉਂਕਿ ਜਿਹੜਾ ਬਲੈਕ ਬॉय ਹੈ ਉਸਨੇ ਦੁਨੀਆ ਦੇ ਵਿੱਚ ਜ਼ਿਆਦਾ ਔਖਿਆਈ ਦੇਖੀ ਹੈ, ਉਸਨੇ ਜ਼ਿਆਦਾ ਮੁਸੀਬਤ ਦੇਖੀ ਹੈ, ਜਦਕਿ ਵਾਈਟ ਬੱਚਿਆਂ ਨੇ ਇੰਨੀ ਮੁਸ਼ਕਿਲਾਂ ਭਰੀ ਜ਼ਿੰਦਗੀ ਨਹੀਂ ਜੀ। ਤਾਂ ਇੱਥੇ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਜਦੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝ ਜਾਵਾਂਗੇ, ਤਾਂ ਮੈਂ ਉਹਦੇ ਦੁੱਖਾਂ ਵਿੱਚ ਖੜੂੰਗਾ, ਜਦ ਤੱਕ ਉਹ ਦੁੱਖਾਂ ਨੂੰ ਸਹਿਣ ਜੋਗਾ ਨਾ ਹੋ ਜੇ, ਤਾਂ ਮੈਂ ਉਸ ਦੇ ਨਾਲ ਪੂਰਾ ਉਸਦਾ ਸਾਥ ਦਊਂਗਾ। ਅਤੇ ਫਿਰ ਅਸੀਂ ਆਪਣੇ ਪਰਮਾਤਮਾ ਦੇ ਕਦਮਾਂ ਦੇ ਵਿੱਚ ਝੁਕਣਾ ਅਤੇ ਖੂਬ ਇੰਜੋਏ ਕਰਾਂਗੇ। ਅਤੇ ਫਿਰ ਆਈ ਵਿਲ ਸਟੈਂਡ ਐਂਡ ਸਟ੍ਰੋਕ ਹਿਜ਼ ਸਿਲਵਰ ਹੈਅਰ। ਅਤੇ ਕਿਉਂਕਿ ਹੁਣ ਸਾਡੇ 'ਚ ਕੋਈ ਦੂਰੀਆਂ ਰਹੀਆਂ ਹੀ ਨਹੀਂ, ਅਸੀਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝ ਗਏ, ਸਾਡੇ ਪੂਰੇ ਗਲਤਫਹਿਮੀਆਂ ਖਤਮ ਹੋ ਗਈਆਂ। ਫਿਰ ਮੈਂ ਉਸਦੇ ਨਾਲ ਖੜਾਂਗਾ ਅਤੇ ਉਸਦੇ ਜੋ ਸਿਲਵਰ ਕਲਰ ਦੇ ਬਾਲ ਨੇ, ਜੋ ਚਾਂਦੀ ਰੰਗ ਵਰਗੇ ਉਹਦੇ ਬਾਲ ਨੇ, ਉਹਨਾਂ ਨੂੰ ਮੈਂ ਸਟ੍ਰੋਕ ਕਰਾਂਗਾ, ਮਤਲਬ ਸਹਿਲਾਵਾਂਗਾ, ਅਤੇ ਮੈਂ ਉਸ ਵਰਗਾ ਹੋ ਜਾਵਾਂਗਾ ਐਂਡ ਬੀ ਲਾਈਕ ਹਿਮ, ਬਿਲਕੁਲ ਉਸ ਵਰਗਾ ਹੋ ਜਾਵਾਂਗਾ। ਐਂਡ ਹੀ ਵਿਲ ਦੈਨ ਲਵ ਮੀ, ਅਤੇ ਫਿਰ ਉਹ ਮੈਨੂੰ ਪਿਆਰ ਕਰੇਗਾ, ਖੂਬ ਪਿਆਰ ਕਰੇਗਾ। ਤਾਂ ਬੱਚਿਓ ਇੱਥੇ ਹੁਣ ਇੱਕ ਓਪਟੀਮਿਸਟਿਕ ਨੋਟ ਦੇ ਨਾਲ, ਇੱਕ ਆਸ਼ਾਵਾਦੀ ਸੋਚ ਦੇ ਨਾਲ ਇਹ ਪੋਇਮ ਖਤਮ ਹੁੰਦੀ ਹੈ। ਥੋੜ੍ਹੀ ਜਿਹੀ ਇਸ ਪੋਇਮ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਲਾਸਟ ਲਾਈਨ ਜੇ ਅਸੀਂ ਧਿਆਨ ਨਾਲ ਦੇਖੀਏ, ਤਾਂ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਜਿਸ ਟਾਈਮ ਕਲਰ ਦਾ ਭੇਦਭਾਵ ਖਤਮ ਹੋ ਜਾਏਗਾ, ਵਾਈਟ ਅਤੇ ਬਲੈਕ ਪੀਪਲ ਦੇ ਵਿੱਚ, ਲੋਕਾਂ ਦੇ ਵਿੱਚ, ਉਸ ਟਾਈਮ ਹੀ ਜਿਹੜੇ ਵਾਈਟ ਲੋਕ ਨੇ ਉਹ ਜੋ ਬਲੈਕ ਲੋਕ ਨੇ ਉਹਨਾਂ ਨੂੰ ਪਸੰਦ ਕਰਨਗੇ। ਤਾਂ ਬੱਚਿਓ ਇਹ ਜੇ ਸੁਪਨਾ ਦੇਖਿਆ ਸੀ ਵਿਲੀਅਮ ਬਲੇਕ ਨੇ 1799 ਈਸਵੀ 'ਚ, ਤਾਂ ਦੇਖ ਲਓ ਅੱਜ ਤੱਕ ਇਹ ਪੂਰਾ ਨਹੀਂ ਹੋਇਆ। ਅੱਜ ਤੱਕ ਵਾਈਟ ਪੀਪਲ ਅਤੇ ਬਲੈਕ ਪੀਪਲ ਦੇ ਵਿਚਕਾਰ ਝਗੜੇ ਹੁੰਦੇ ਨੇ, ਰੋਜ਼ ਸਾਨੂੰ ਖਬਰਾਂ ਮਿਲਦੀਆਂ ਨੇ। ਹਜੇ ਤੱਕ ਇਹ ਜਾਰੀ ਹੈ, ਪਰ ਆਸ ਕਰਦੇ ਹਾਂ ਕਿ ਇਹ ਬਹੁਤ ਜਲਦੀ ਖਤਮ ਵੀ ਹੋਏਗਾ। ਅਤੇ ਇਸ ਦੇ ਨਾਲ ਹੀ ਬੱਚਿਓ ਸਾਡੀ ਪੋਇਮ ਖਤਮ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੋਇਮ ਪੂਰੀ ਸਮਝ ਆਈ ਹੋਏਗੀ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਨੈਕਸਟ ਵੀਡੀਓ ਵਿੱਚ ਆਪਾਂ ਇਸ ਪੋਇਮ ਦੇ ਨਾਲ ਰਿਲੇਟਿਡ ਜੋ ਕੰਪਰੀਹੈਂਸ਼ਨਸ ਅਤੇ ਕੁਐਸਚਨ ਆਨਸਰਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਧੰਨਵਾਦ।